बिस्मिल्लाहिर्रहमानिर्रहीम अस्सलाम वालेकुम। देखो सतंबर अक्तूबर ਦੇ ਵਿੱਚ ਨਾ ਅਸੀਂ FFC ਦੀ ਵੀ ਆ ਫੁਰ ਬਰਾਦਰ ਦੀ ਵੀ ਸੀਗੀ ਤੇ ਅਨਮੋਲ ਦੇ ਨਾਂ ਤੋਂ ਵੀ ਸੀਗੀ ਜਿਹੜੀ ਅਸੀਂ ਕਾਸ਼ਤ ਕੀਤੀ ਹੈ। ਤੇ ਸਾਡੇ ਕਾਸ਼ਤ ਦੇ ਟਾਈਮ ਵੀ ਡਿਫਰੈਂਟ ਸੀਗੀ। ਕਿਸੇ ਨੇ ਸਤੰਬਰ 'ਚ ਬੀਜ ਲਈ, ਜਿਹੜਾ ਸਾਡਾ ਵਸਤੀ ਪੰਜਾਬ ਸੀ ਜਾਂ ਸ਼ਮਾਲੀ ਪੰਜਾਬ ਸੀ, ਕਿਉਂਕਿ ਉੱਥੇ ਮੌਸਮ ਟਾਈਮ ਨਾਲ ਠੰਡਾ ਹੋ ਜਾਂਦਾ, ਉਹਨਾਂ ਨੇ ਫਿਰ ਟਾਈਮਲੀ ਸਤੰਬਰ ਦੇ ਸ਼ੁਰੂ ਦੇ ਵਿੱਚ ਵੀ ਕਾਸ਼ਤ ਕਰ ਲਈ। ਤੇ ਵਸਤੀ ਪੰਜਾਬ ਜਿਹੜਾ ਵਾ ਉਹ 15 ਸਤੰਬਰ ਤੋਂ ਸ਼ੁਰੂ ਕਰ ਰਿਹਾ ਸੀ। ਇਸੇ ਤਰ੍ਹਾਂ ਜਨੂਬੀ ਪੰਜਾਬ ਜਿਹੜਾ ਵਾ ਉਹ 15 ਅਕਤੂਬਰ ਤੋਂ ਸ਼ੁਰੂ ਆਮ ਉਹਦੀ ਕਾਸ਼ਤ ਜਿਹੜੀ ਹੈ ਨਾ ਉਹ 15 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ। ਤੇ ਮੇਰਾ ਅੱਜ ਗੱਲ ਦਾ ਮਕਸਦ ਹੋਊਗਾ ਕਿ ਇਹਦੀ ਹਾਰਵੈਸਟਿੰਗ ਜਿਹੜੀ ਆ ਉਹ ਕਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਰਨੀ ਚਾਹੀਦੀ ਹੈ। ਮੈਂ ਦੇਖਿਆ ਕਿ ਬਾਜ਼ ਬੰਦੇ ਇਹਦੀ ਹਾਰਵੈਸਟਿੰਗ ਬੜੇ ਗਲਤ ਤਰੀਕੇ ਨਾਲ ਨਾ ਕਰ ਲੈਂਦੇ। ਪਤਾ ਨਹੀਂ ਉਹਨਾਂ ਦੀ ਤੂੜੀ ਸ਼ਾਰਟ ਹੋਈ ਹੁੰਦੀ ਆ ਜਾਂ ਉਹਨਾਂ ਨੂੰ ਕੀ ਪ੍ਰੋਬਲਮ ਹੁੰਦਾ ਵਾ, ਉਹ ਇੰਨੀ ਕਾਹਲੀ ਕਰ ਜਾਂਦੇ ਆ। ਤੇ ਇਸੇ ਸਿਲਸਿਲੇ ਦੇ ਵਿੱਚ ਨਾ ਮੇਰੇ ਕੋਲ ਇੱਕ ਅੱਜ ਮਾਹਰ ਬੰਦਾ ਸਰੋਂ ਦਾ ਮੇਰੇ ਨਾਲ ਬਿਲਕੁਲ ਅੱਜ ਸ਼ਾਮਲ ਆ। ਉਹਦੀ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਾਵਾਂਗਾ। ਉਹਨਾਂ ਦਾ ਕਾਫੀ ਹੈ ਤਾਂ ਮੁਖਤਲਿਫ ਡਿਫਰੈਂਟ ਕਰਾਪਸ, ਉਹਨਾਂ ਦੇ ਬੜੇ ਤਜਰਬਾਤ ਆ। ਬਾਗਬਾਨੀ 'ਚ ਵੀ ਉਹਨਾਂ ਦੇ ਤਜਰਬਾਤ ਆ, BT ਕਾਟਨ 'ਚ ਵੀ ਆ, ਹਾਈਬ੍ਰਿਡ ਝੋਨੇ, ਮਤਲਬ ਕਾਫੀ ਸਾਰੀਆਂ ਫਸਲਾਂ ਦੇ ਵਿੱਚ ਉਹ ਨਾ ਬੜੀ ਅਗਾਹੀ ਰੱਖਦੇ ਆ। ਤੇ ਅੱਜ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਅੱਜ ਸਾਨੂੰ ਤੁਸੀਂ ਇਹ ਜਿਹੜੀ ਸਰੋਂ ਦੀ ਹਾਰਵੈਸਟਿੰਗ ਹੈ ਨਾ, ਜਿਹੜੀ ਵੀ ਵੈਰਾਇਟੀ ਕਿਸੇ ਨੇ ਲਾਈ ਆ, ਉਹਦੀ ਹਾਰਵੈਸਟਿੰਗ ਦੇ ਬਾਰੇ ਸਾਨੂੰ ਦੱਸਿਆ ਜਾਵੇ ਕਿ ਅਸੀਂ ਕਿਹੜੀਆਂ ਨਿਸ਼ਾਨੀਆਂ ਵੇਖ ਕੇ ਤੇ ਮੌਸਮ ਨੂੰ ਵੀ, ਕਿਉਂਕਿ ਅਸੀਂ ਮੱਦੇਨਜ਼ਰ ਰੱਖਣਾ, ਕਿਉਂਕਿ ਮਾਰਚ ਦੇ ਮਹੀਨੇ 'ਚ ਬਹੁਤ ਸਾਰੇ ਮਾਰਚ ਹੁੰਦੇ ਆ, ਹਵਾਵਾਂ ਦੇ ਵੀ ਮਾਰਚ ਆ, ਬਾਦਲਾਂ ਦੇ ਵੀ ਮਾਰਚ ਆ। ਲਓ ਜੀ, ਇਸੇ ਸਿਲਸਿਲੇ ਵਿੱਚ ਅੱਜ ਉਸਤਾਦ ਸਾਡੇ ਨਾਲ ਸ਼ਾਮਲ ਆ ਜੀ, ਤੇ ਅੱਜ ਅਸੀਂ ਇਹਨਾਂ ਨਾਲ ਕਰਾਂਗੇ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਆ ਉਸਤਾਦ ਜੀ? ਅੱਲਾ ਦਾ ਸ਼ੁਕਰ। ਅੱਛਾ ਉਸਤਾਦ ਜੀ, ਤੁਹਾਡੇ ਤੋਂ ਸਾਡਾ ਇਹ ਸਵਾਲ ਆ ਕਿ ਤੁਸੀਂ ਮਾਸ਼ਾਅੱਲਾ ਡਿਫਰੈਂਟ ਕਰਾਪਸ 'ਤੇ ਆਪਦਾ ਤਜਰਬਾ ਰੱਖਦੇ ਆ, ਤੇ ਸਾਡੇ ਨਾਜ਼ਰੀਨ ਨੂੰ ਅੱਜ ਨਾ ਜਿਹੜੀ ਇਹ ਹਾਈਬ੍ਰਿਡ ਸਰੋਂ ਆ, ਉੱਦਾਂ ਤਾਂ ਬਹੁਤ ਸਾਰੀਆਂ ਸਰੋਂ ਲਾਈਆਂ ਹੋਈਆਂ, ਅਨਮੋਲ ਰਾਇਆ ਵੀ ਲਾਇਆ ਵਾ, FFC ਦੀ ਵੀ ਲਾਈ ਆ, ਕਜ਼ੋਲਾ ਵੀ ਲਾਈ ਆ, ਮੁਖਤਲਿਫ ਇਲਾਕਿਆਂ 'ਚ ਲੱਗੀ ਹੋਈ ਆ, ਸਰਦੀ ਗਰਮੀ ਦਾ ਵੀ ਬੜਾ ਹਿਸਾਬ ਆ। ਤੇ ਇਹਦੀ ਜਿਹੜੀ ਸਾਨੂੰ ਕਟਾਈ ਆ ਉਹ ਕਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਕਰਨੀ ਚਾਹੀਦੀ ਹੈ? ਸਭ ਤੋਂ ਪਹਿਲਾਂ ਤਾਂ ਇਹਦੀ ਕਟਾਈ ਦਾ ਜਿਹੜਾ ਪਹਿਲਾ ਮਰਹਲਾ ਨਾ, ਉਹ ਇਹਦੀ ਪਕਾਈ ਨੂੰ ਦੇਖਿਆ ਜਾਂਦਾ। ਅੱਛਾ। ਕਿ ਅਕਸਰ ਅਸੀਂ ਜ਼ਿਮੀਂਦਾਰ ਭਾਈਆਂ ਨੂੰ ਦੇਖਦੇ ਹੈਗੇ ਆ ਕਿ ਉਹ ਸਰਸੋਂ ਦੀ ਕਟਾਈ ਕਰਨ ਲੱਗੇ ਨਾ ਬਹੁਤ ਜਲਦਬਾਜ਼ੀ ਤੋਂ ਕੰਮ ਲੈਂਦੇ ਆ, ਜਿਹੜਾ ਕਿ ਸਰਾਸਰੀ ਗਲਤ ਆ। ਉਹਦੇ ਵਿੱਚ ਸਿਰਫ 10 ਤੋਂ 15% ਨੀਚੇ ਵਾਲੀਆਂ ਫਲੀਆਂ ਜਿਹੜੀਆਂ ਪੌਦੇ ਦੇ ਸ਼ੁਰੂ 'ਚ ਪੈਦਾ ਹੁੰਦੀਆਂ, ਉਹਨਾਂ ਨੂੰ ਦੇਖ ਕੇ ਹੀ ਉਹ ਸਰੋਂ ਦੀ ਕਟਾਈ ਸ਼ੁਰੂ ਕਰ ਦਿੰਦੇ ਆ। ਤੇ ਫਿਰ ਉਹ ਕਹਿੰਦੇ ਜੀ ਸਰੋਂ ਆਪਣੀ ਖੁਰਾਕ ਖੁਦ ਹੀ ਇਹਦੀ ਟਾਹਣੀ ਮੌਜੂਦ ਹੁੰਦੀ ਆ, ਜਿਵੇਂ ਸਮੇਂ ਸੁੱਕੇਗੀ ਜਾਂ ਖੁਸ਼ਕ ਹੋਏਗੀ ਤਾਂ ਫਲੀਆਂ ਅਗਲੀਆਂ ਆਖਰੀ ਸੜੀਆਂ ਫਲੀਆਂ ਜਿਹੜੀਆਂ ਬਾਅਦ 'ਚ ਪੱਕ ਜਾਣਗੀਆਂ, ਜਦ ਕਿ ਇਹ ਤਸਰ ਸਰਾਸਰ ਗਲਤ ਆ। ਜਿਸ ਵਕਤ ਪੌਦੇ ਦਾ ਕਨੈਕਸ਼ਨ ਜ਼ਮੀਨ ਨਾਲੋਂ ਖਤਮ ਹੋ ਜਾਂਦਾ ਨਾ, ਉਸ ਵਕਤ ਉਹਦਾ ਥੱਲਿਓਂ ਪਾਣੀ ਅਤੇ ਨਮਕੀਅਤ ਲੈਣ ਦਾ ਅਮਲ ਤਾਂ 100% ਹੀ ਰੁਕ ਜਾਂਦਾ। ਜਿਹੜੀ ਥੋੜ੍ਹੀ ਬਹੁਤੀ ਮਾਮੂਲੀ ਜਿਹੀ ਖੁਰਾਕ ਉਹਦੀ ਸ਼ਾਖ ਦੇ ਵਿੱਚ ਮੌਜੂਦ ਹੁੰਦੀ ਆ, ਉਹਦੀ ਇੰਨੀ ਕਪੈਸਿਟੀ ਨਹੀਂ ਹੁੰਦੀ ਕਿ ਉਹ ਆਖਰੀ ਐਂਡ ਵਾਲੀਆਂ ਫਲੀਆਂ ਨੂੰ ਵੀ ਉਹ ਪੂਰਾ ਪਾਣੀ ਦੇ ਕੇ ਅਤੇ ਉਹਨਾਂ ਨੂੰ ਪਕਾਵੇ। ਉਹ ਲੋਕ ਨਾ ਅੱਧੋ ਰਾਣੀ ਦੀ ਸਰੋਂ ਹੁੰਦੀ ਆ, ਹਰੀ ਭਾਅ ਮਾਰਦੀ ਹੁੰਦੀ ਹੈ, ਲੋਕ ਵੱਢ ਕੇ ਤੇ ਉਹਨੂੰ ਕੱਟ ਕੇ ਜ਼ਮੀਨ 'ਤੇ ਰੱਖ ਦਿੰਦੇ ਆ। ਕੁਝ ਲੋਕ ਘਰਾਂ 'ਚ ਜਾ ਕੇ ਕੋਠੇ ਦੀਆਂ ਛੱਤਾਂ 'ਤੇ ਵੀ ਰੱਖ ਕੇ ਸੁਕਾ ਲੈਂਦੇ ਆ, ਕਹਿੰਦੇ ਜੀ ਸਾਡੀ ਸਰੋਂ ਪੱਕ ਗਈ ਆ, ਜਦ ਕਿ ਉਹਦੇ 'ਚੋਂ 50% ਸਰੋਂ ਜਿਹੜੀ ਆ ਉਹ ਜ਼ਾਇਆ ਹੋ ਚੁੱਕੀ ਹੁੰਦੀ ਆ। ਜਿਹੜੀ ਸਰੋਂ ਦੇ ਦਾਣੇ ਆ ਉਹ ਪਿਚਕ ਜਾਂਦੇ ਆ, ਤੇ ਲੋਕ ਨਾ ਇਸ ਚੀਜ਼ ਦਾ ਬਿਲਕੁਲ ਖਿਆਲ ਨਹੀਂ ਰੱਖਦੇ ਹੈਗੇ। ਜਦ ਕਿ ਸਰੋਂ ਦਾ ਤੁਹਾਨੂੰ ਮੈਂ ਦੱਸਦਾ ਹੈਗਾ, ਥੋੜ੍ਹੀ ਜਿਹੀ ਦੇਖਣਾ, ਇਹ ਇੱਕ ਸ਼ਾਖ ਖੜੀ ਆ, ਇਹ ਜਿਹੜੀ ਸ਼ਾਖ ਆ ਇਹ ਬਰਾਊਨ ਹੋ ਰਹੀ ਆ, ਪਕਾਈ ਵਾਲੇ ਪਾਸੇ ਜਾ ਰਹੀ ਆ। ਇਹ ਤੇ ਮੁਤਬਾਦਲ ਜਿਹੜੀ ਆਹ ਸ਼ਾਖ ਥੋੜ੍ਹੀ ਦੇਖੋ ਨਾ ਤੁਸੀਂ, ਆਹ ਜਿਹੜੀ ਸ਼ਾਖ ਆ ਇਹ ਤਾਂ ਬਿਲਕੁਲ ਹੀ ਹਰੀ ਆ ਨਾ, ਇਹ ਜਿਹੜੀ ਆ ਦੇਖੋ ਨਾ, ਇਹ ਸ਼ਾਖ ਤਾਂ ਬਿਲਕੁਲ ਗਾਚੇ ਵਰਗੀ ਹਰੀ ਆ। ਲੋਕ ਇੱਦਾਂ ਦੀਆਂ ਸ਼ਾਖਾਂ ਨੂੰ ਕਟਾਈ ਕਰਕੇ ਤੇ ਸਰੋਂ ਨੂੰ ਨਾ ਰੱਖ ਲੈਂਦੇ ਆ। ਜਿਸ ਵਕਤ ਇਹਦੇ ਜਿਹੜੇ ਆਖਰੀ ਹਿੱਸੇ ਹੈਗੇ ਆ ਇਹ ਦਾਣੇ ਪਿਚਕ ਜਾਂਦੇ ਆ, ਤੇ ਜਿਸ ਵਕਤ ਅਸੀਂ ਇਹਨੂੰ ਹਾਰਵੈਸਟਿੰਗ ਕਰਦੇ ਆ ਤੇ ਜਿਹੜੇ ਹਲਕੇ ਦਾਣੇ ਹੁੰਦੇ ਉਹ ਥ੍ਰੈਸ਼ਰ ਸਾਰੇ ਚੱਕ ਲੈਂਦੀ ਆ, ਯਾਨੀ 50% ਦਾ ਥ੍ਰੈਸ਼ਰ ਚੱਕ ਲੈਂਦੀ ਆ। ਉਨੀ ਸਰੋਂ ਜ਼ਿਮੀਂਦਾਰ ਦੇ ਹੱਥ ਆਉਂਦੀ ਆ, ਉਨੀ ਸਰੋਂ ਇਹਦੇ ਜਿਹੜੇ ਕੁੱਟਲ ਦੇ ਵਿੱਚ ਚਲੀ ਜਾਂਦੀ ਆ। ਤੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਮੇਰਾ ਇਹ ਜ਼ਾਤੀ ਤਜਰਬਾ ਹੈਗਾ ਕਿ ਸਰਸੋਂ ਜਿਹੜੀ ਹੈਗੀ ਆ, ਬਲਕਿ ਉਹਦਾ ਕਲਰ ਇਸ ਤੋਂ ਵੀ ਜ਼ਿਆਦਾ ਸੁਨਹਿਰੀ ਹੋਣਾ ਚਾਹੀਦਾ। ਐਡੀ ਸ਼ਾਖ ਨਾ ਇਹ ਆਪਣੇ ਪਕਾਈ ਦੇ ਆਪਣੇ ਮਰਹਲੇ ਜਾ ਰਹੀ ਆ, ਲੇਕਿਨ ਮੈਂ ਤੇ ਮੁਤਮਿਨ ਨਹੀਂ ਹੈਗਾ। ਮੈਂ ਕਹਿੰਦਾ ਕਿ ਇਹਦਾ ਜਿਹੜਾ ਗੋਲਡਨ ਕਲਰ ਇੱਕ ਦਫਾ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਗੋਲਡਨ ਕਲਰ ਹੋ ਜਾਏ, ਫਿਰ ਇਹਦੀ ਕਟਾਈ ਕਰੋ, ਫਿਰ ਤੁਹਾਡਾ 80-90% ਰਿਜ਼ਲਟ ਆਏਗਾ।
ਜੇ ਅਗਰ ਅਸੀਂ ਇਹਨੂੰ ਹਰੀ ਹਰੀ ਕੱਟ ਕੇ ਰੱਖ ਲਾਂਗੇ, ਦੇਖੋ ਦੇਖੀ ਲੋਕ ਜੇ ਮੈਂ ਕੱਟੀ ਆ ਤੇ ਨਾਲ ਦੇ ਮੇਰੇ ਹਮਸਾਏ ਨੇ ਮੇਰੇ ਨਾਲ ਦੇਖ ਕੇ ਕੱਟ ਲਈ ਆ, ਇਹਦਾ ਬਿਲਕੁਲ ਕੋਈ ਫਾਇਦਾ ਨਹੀਂ ਹੈਗਾ। 50% ਦਾਣੇ ਜਿਹੜੇ ਉਦਾਇਆ ਜਾਣਗੇ ਤੇ ਜਿਹੜੇ ਸਰੋਂ ਦੇ ਤੇਲ ਦੀ ਪੈਦਾਵਾਰ ਆ ਉਹ 50% ਤੱਕ ਖੇਤ 'ਚ ਤੁਸੀਂ ਯਾਨੀ ਛੋੜ ਜਾਂਦੇ ਹੈਗੇ ਆ। ਇਸ ਕਰਕੇ ਸਰੋਂ ਦਾ ਜਿਹੜਾ ਪਕਾਈ ਦਾ ਅਮਲ ਆ ਨਾ, ਇਹ ਤੇ ਭਰਪੂਰ ਤਵੱਜੋ ਦੇਣੀ ਚਾਹੀਦੀ ਆ। ਜਿੰਨੀ ਦੇਰ ਤੱਕ ਇਹਦਾ ਰੰਗ 골ਡਨ ਕਲਰ 'ਚ ਨਾ ਆਵੇ, ਕਿਰਦੀ ਨਹੀਂ ਇਹਦੀਆਂ ਜਿਹੜੀ ਵੈਰਾਈਟੀ ਆ ਨਾ, ਇਹ ਪੱਕ ਵੀ ਜਾਵੇ ਜਿਸ ਤਰ੍ਹਾਂ ਮਰਜ਼ੀ ਤਾਂ ਹਲਾਈ ਜਾਓ, ਇਹ ਬਿਲਕੁਲ ਇਹ ਖੇਤ 'ਚ ਪਈ ਰਹੇ, ਪੰਡਾ ਬੰਨੀ ਜਾਓ, ਇਹਨੂੰ ਅੱਗੇ ਪਿੱਛੇ ਕੀਤੀ ਜਾਓ, ਬਿਲਕੁਲ ਇਹ ਨਾ ਜ਼ਮੀਨ 'ਤੇ ਕਿਰਦੀ ਨਹੀਂ। ਇਹ ਕਿਉਂਕਿ ਇਹਦਾ ਬੀ ਹੁੰਦਾ ਹਾਈਬ੍ਰਿਡ ਤੇ ਇਹਦਾ ਇਸ ਚੀਜ਼ ਤੋਂ ਬਿਲਕੁਲ ਤੁਸੀਂ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਤੁਹਾਨੂੰ ਕਿ ਸਾਡੀ ਸਰੋਂ ਜਿਹੜੀ ਇਹ 골ਡਨ ਕਲਰ 'ਚ ਆ ਗਈ ਹੈ, ਕਟਾਈ ਕਰਾਂਗੇ ਸੁੱਕ ਜਾਏਗੀ, ਕਿਰ ਜਾਏਗੀ। ਚਲੋ ਜੇ ਤੁਸੀਂ ਜਿੰਨਾ ਮਰਜ਼ੀ ਇਹਤਿਆਤ ਕਰੋ, ਇਹ 5% ਅਗਰ ਕਿਰ ਵੀ ਜਾਵੇ, 95% ਜਿਹੜੀ ਪਕਾਈ ਦਾ ਅਮਲ ਆ ਉਹ ਤਾਂ ਮੁਕੰਮਲ ਹੋ ਜਾਏਗਾ ਨਾ। ਤੁਹਾਡੀ ਪੈਦਾਵਾਰ ਜਿਹੜੀ ਹੈਗੀ ਆ ਸਰ, ਜਿਹੜਾ ਇੱਕ ਕਹਾਣੀ ਜਿਹਨੂੰ ਅਸੀਂ ਪੰਜਾਬੀ 'ਚ ਬੋਲਦੇ, ਚੱਕਾਂ ਦੇ ਵਿੱਚ ਕਹਾਣੀ ਕਿਹਾ ਜਾਂਦਾ, 12 ਕਿਲੋ ਦੀ ਇੱਕ ਕਹਾਣੀ ਜਿਹਨੂੰ ਆਖਿਆ ਜਾਂਦਾ, ਉਹ 'ਚੋਂ 4 ਕਿਲੋ ਤੇਲ ਨਿਕਲਣਾ ਚਾਹੀਦਾ। ਤੀਸਰਾ ਹਿੱਸਾ ਜਿਵੇਂ ਜਿਸ ਤਰ੍ਹਾਂ ਮੂੰਜੀ ਹੈ, ਇੱਕ ਮਣ ਹੋਵੇ ਤਾਂ 27-28 ਕਿਲੋ ਚਾਵਲ ਨਿਕਲਦੇ ਆ, 2 ਹਿੱਸੇ ਚਾਵਲ, ਤੀਜਾ ਦਾ ਫੱਕ। ਇਸੇ ਤਰ੍ਹਾਂ ਹੀ ਸਰੋਂ ਜਿਹੜੀ ਹੈਗੀ ਆ, ਇਹ 'ਚੋਂ ਤੀਜਾ ਹਿੱਸਾ ਤੇਲ ਨਿਕਲ ਜਾਂਦਾ 4 ਕਿਲੋ। 12 ਕਿਲੋ ਕਹਾਣੀ 'ਚੋਂ 4 ਕਿਲੋ ਤੇਲ ਨਿਕਲਣਾ ਚਾਹੀਦਾ। ਜਦ ਕਿ ਜਿਸ ਵਕਤ ਅਸੀਂ ਉਹਨੂੰ ਲੈ ਕੇ ਜਾਂਦੇ ਹਾਂ ਤੇਲ ਕਢਾਉਣ ਵਾਸਤੇ, ਕੋਲੂ ਕਹਿ ਲਓ ਜਾਂ ਜਿਹੜਾ ਸਪੈਲਰ ਕਹਿ ਲਓ, ਜਿਸ ਵਕਤ ਜਾ ਕੇ ਉੱਥੇ ਤੇਲ ਕਢਾਉਣੇ ਆ, ਉਹ ਸਾਨੂੰ ਇੱਕ ਨਿੱਕੀ ਜਿਹੀ ਬੋਤਲ ਦੇ ਵਿੱਚ ਪੂਰੀ ਕਹਾਣੀ ਦਾ ਤੇਲ ਪਾ ਕੇ ਸਾਡੇ ਹੱਥ 'ਚ ਫੜਾ ਦਿੰਦਾ। ਅਸੀਂ ਉਹ ਵੇਖਦੇ ਰਹਿ ਜਾਂਦੇ ਹਾਂ ਵੀ ਖਲ ਪੀ ਗਈ ਜਾਂ ਕੋਲੂ ਰਹਿ ਗਿਆ। ਉਹ ਜਿਹੜੇ ਮਿਸਤਰੀ ਹੁੰਦੇ ਆ, ਕੋਲੂ ਚਲਾਉਣ ਵਾਲੇ ਕਾਰੀਗਰ ਹੁੰਦੇ ਆ, ਉਹ ਉਹਦੇ ਪਾਸੇ ਭੱਜੇ ਫਿਰਦੇ ਆ, ਗੇੜਾ ਹੀ ਕੱਢੀ ਜਾਂਦੇ ਆ। ਜੇ ਅਸੀਂ ਉਹ ਤੇਲਾਂ ਦਾ ਡੱਬਾ ਵੇਖਦੇ ਆ, ਉਹਦੀ ਝੱਗ ਮਾੜੀ ਜਿਹੀ ਪਈ ਹੁੰਦੀ ਆ, ਥੱਲੇ ਮੈਲ ਹੁੰਦੀ ਆ। ਜੇ ਕੋਲੂ ਦੇ ਪਹਿਲੇ ਪਾਸੇ ਜਾਂਦੇ ਆ, ਦੂਜੀ ਸਾਈਡ ਤੇ ਉੱਥੇ ਖਾਲ ਦੀ ਢੇਰੀ ਲੱਗੀ ਹੁੰਦੀ ਆ। ਉਹ ਕਹਿੰਦੇ ਯਾਰ ਨਾ ਅਸੀਂ ਲੈ ਗਏ ਆ ਤੇ ਨਾ ਕੋਈ ਜਿੰਨ ਭੂਤ ਲੈ ਗਿਆ, ਜਾਂ ਇਹ ਤੇਲ ਤੁਹਾਡੇ ਡੱਬੇ 'ਚ ਆ ਗਿਆ, ਜੇ ਥੋੜੀ ਬਹੁਤੀ ਕਸਰ ਮਸਰਾ ਤੁਹਾਡੀ ਖਲ ਵਿੱਚ ਚੱਲੇ ਆ ਗਿਆ, ਤੁਹਾਡੀ ਖਲ ਵਿੱਚ ਅਸਰ ਪਹੁੰਚ ਗਿਆ, ਉਹ ਤੁਹਾਡਾ ਮਾਲ ਡੰਗਰ ਖਾ ਲੇਗਾ। ਗੱਲ ਕਿ ਜੀ ਉਹ ਆਪਦੀ ਜੇ ਜਗ੍ਹਾ ਤੇ ਸਾਨੂੰ ਮੁਤਮਨ ਕਰਨ ਦੀ ਕੋਸ਼ਿਸ਼ ਕਰਦੇ ਆ, ਅਸੀਂ ਬਥੇਰਾ ਦਵਾਈ ਪਾਣੇ ਯਾਰ, 12 ਕਿਲੋ ਜੋ 4 ਕਿਲੋ ਪੌਣੇ 4 ਕਿਲੋ ਸਾਨੂੰ ਤੇਲ ਮਿਲਣਾ ਚਾਹੀਦਾ। ਉਹ ਕਹਿੰਦੇ ਜੀ ਬਾਅਦ ਜੋ ਕੁਛ ਆ ਤੁਹਾਡੇ ਕੋਲ ਹੀ ਆ। ਤੇ ਅਸੀਂ ਇਸ ਚੀਜ਼ ਨੂੰ ਦੇਖਦੇ ਹੋਇਆ, ਇਹ ਸਾਰੀ ਗਲਤੀ ਸਾਡੀ ਆ, ਨਾ ਕੋਲੂ ਦੀ ਆ, ਨਾ ਕੋਈ ਜਿੰਨ ਭੂਤ ਪੈਂਦਾ ਇਹਨੂੰ, ਤੇ ਨਾ ਇਹ ਖਾਲੀ ਇੰਨਾ ਇਹਦਾ ਤੇਲ ਬਕਾਇਆ ਰੱਖਦੀ ਹੈ। ਕਿਉਂਕਿ ਸਪੈਲਰ ਵਿੱਚ ਬੜਾ ਪ੍ਰੈਸ਼ਰ ਹੁੰਦਾ, ਉਹਨੂੰ ਅੱਛੀ ਤਰ੍ਹਾਂ ਨਿਚੋੜਦਾ ਉਹ। ਫਿਰ ਅਸੀਂ 2-3 ਦਫਾ ਇਹ ਅਮਲ ਗੁਜ਼ਾਰਦੇ ਹਾਂ। ਪਹਿਲੀ ਦਫਾ ਖਾਲ ਰਾਇਆ ਜਿਹੜਾ ਵਿੱਚ ਦੀ ਗੁਜ਼ਾਰਿਆ, ਮੋਟੀ ਖਾਲ ਆ ਗਈ। ਫਿਰ ਦੂਜੀ ਦਫਾ ਉਹਨੂੰ ਭੋਰ ਕੇ ਪਾਇਆ, ਫਿਰ ਦੂਜੀ ਦਫਾ ਗੁਜ਼ਾਰਿਆ। ਜੇ ਕਿ ਸਾਨੂੰ ਫਿਰ ਹੀ ਮਾਲੂਮ ਹੋਵੇ ਵੀ ਇਹ ਖਾਲ ਜਿਹੜੀ ਇਹ ਨਰਮ ਆ, ਇਹਨੂੰ ਭੋਰਿਆ ਆਸਾਨੀ ਆ, ਫਿਰ ਇਹ ਤੀਜੀ ਦਫਾ ਵਿੱਚ ਉਹਦੇ ਮਸ਼ੀਨ ਦੇ ਵਿੱਚ ਪਾ ਦਿੰਦੇ ਹਾਂ। ਜਦੋਂ ਵਕਤ ਪੇਪੜੀਆਂ ਇੰਨੀਆਂ ਸਖਤ ਹੋ ਕੇ ਨਿਕਲਦੀਆਂ ਵੀ ਜਿਵੇਂ ਇਹਨੂੰ 2-3 ਦਿਨ ਦੀ ਧੁੱਪ ਲੱਗੀ ਹੁੰਦੀ ਹੈ, ਇੰਨੀ ਹਾਰਡ ਹੋ ਜਾਂਦੀ ਆ। ਕਿਉਂਕਿ ਸਪੈਲਰ ਇਹਨੂੰ 2-3 ਦਫਾ ਗੁਜ਼ਾਰਨ ਤੋਂ ਬਾਅਦ ਅੱਛੀ ਤਰ੍ਹਾਂ ਨਿਚੋੜ ਦਿੰਦਾ, ਤੇ ਨਿਚੋੜਨ ਤੋਂ ਬਾਅਦ ਜਿਹੜਾ ਹੈਗਾ ਇਹਦਾ ਤੇਲ ਜਿਹੜਾ ਉਹ ਕੱਢ ਦਿੰਦਾ। ਲੇਕਿਨ ਖਰਾਬੀ ਉੱਥੇ ਨਹੀਂ, ਖਰਾਬੀ ਅਸਲ ਦੇ ਵਿੱਚ ਸਾਡੇ ਖੇਤ ਵਿੱਚ ਕਟਾਈ ਦੇ ਅਮਲ ਦੇ ਦੌਰਾਨ ਹੁੰਦੀ ਹੈ। ਅਗਰ ਅਸੀਂ ਸਰੋਂ ਦਾ ਰੰਗ ਅੱਛੀ ਤਰ੍ਹਾਂ ਬਰਾਊਨ ਕਰ ਲਈਏ, ਖੇਤ ਦੇ ਵਿੱਚ ਬਰਾਊਨ ਕਰਕੇ ਫਿਰ ਇਹਦੀ ਕਟਾਈ ਕਰੀਏ, ਸਾਡਾ ਬਿਲਕੁਲ ਡੱਬਾ ਵੀ ਭਰ ਜਾਏਗਾ ਤੇ ਸਾਡਾ ਜਿਹੜਾ ਪੈਦਾਵਾਰ ਆ ਉਹ ਵੀ 12 ਕਿਲੋ ਜਿਹੜੀ ਸਰੋਂ ਦੇ ਵਿੱਚੋਂ 4 ਕਿਲੋ ਈਜ਼ੀਲੀ ਅਸੀਂ ਤੇਲ ਹਾਸਲ ਕਰ ਸਕਦੇ ਹਾਂ। ਇਹ ਗਲਤੀਆਂ ਸਾਡੀਆਂ ਹੁੰਦੀਆਂ, ਦੋਸਤ ਅਸੀਂ ਕਿਸੇ ਹੋਰ ਨੂੰ ਦਿੰਦੇ ਹਾਂ ਵੀ ਜਾਂ ਯਾਰ ਤੇਰੀ ਮਸ਼ੀਨ ਖਰਾਬ ਆ, ਤੇਰੇ ਸਪੈਲਰ ਢਿੱਲਾ ਵਾ, ਇਹਦੇ ਚੂੜੀਆਂ ਕੱਸ ਲਾ, ਇਹ ਕਰ ਲਾ, ਉਹ ਕਰ ਲਾ। ਤੇ ਲੇਕਿਨ ਉਹ ਜਿਹੜਾ ਕਾਰੀਗਰ ਮਸ਼ੀਨ ਵਾਲਾ ਉਹ ਜਿਹੜਾ ਸਾਨੂੰ ਮੁਤਮਨ ਕਰਦਾ, ਨਹੀਂ ਜੀ ਆਹੀ ਕੁਛ ਹੈ ਜੋ ਕੋ ਤੁਹਾਡੇ ਡੱਬੇ 'ਚ ਪਿਆ ਵਾ। ਤੇ ਇਸ ਕਰਕੇ ਮੈਂ ਜ਼ਿਮੀਂਦਾਰ ਭਰਾਵਾਂ ਨੂੰ ਇਹ ਸਲਾਹ ਤੇ ਉਹਨਾਂ ਨੇ ਮਸ਼ਵਰਾ ਕਰਦਾ ਕਿ ਜਿਸ ਵਕਤ ਤੁਸੀਂ ਸਰਸੋਂ ਦੀ ਕਟਾਈ ਕਰਨੀ ਆ, ਇਹ ਜਲਦਬਾਜ਼ੀ ਨਾ ਕਰੋ ਤੇ ਕਿਤੇ ਨਹੀਂ ਚੱਲੀ। ਨਾ ਤਾਂ ਮਰੱਬੇ 'ਚ ਚੋਰ ਪੈਣ ਲੱਗੇ ਆ, ਨਾ ਤੁਹਾਡੀ ਵੱਢੀ ਹੋਈ ਫਸਲ ਨੂੰ ਕੋਈ ਜਾਨਵਰ ਖਾਣਗੇ। ਤੁਸੀਂ ਜਿਸ ਵਕਤ ਇਹਨੂੰ ਕਟਾਈ ਕਰਕੇ ਤੇ ਹਰੀ ਹਰੀ ਨੂੰ ਲਿਆ ਕੇ ਇੱਕ ਥਾਂ ਢੇਰੀ ਲਾ ਦਿੰਦੇ ਆ, ਫਿਰ ਇਹਦਾ ਇੱਕ ਇਹਤਿਆਤ, ਇਸ ਚੀਜ਼ ਦੀ ਬੜੀ ਇਹਤਿਆਤ ਕਰਨੀ ਚਾਹੀਦੀ ਹੈ ਕਿ ਇਹਨੂੰ ਹਰੀ ਹਰੀ ਕੱਟ ਕੇ ਥਾਂ ਢੇਰੀ ਨਾ ਲਾਓ। ਕਿਉਂਕਿ ਇਹਦੇ ਸਬਜ਼ ਯਾਨੀ ਕਹਿ ਲਓ ਕਿ ਕਲੋਰੋਫਿਲ ਮਾਦਾ ਬਹੁਤ ਜ਼ਿਆਦਾ ਹੁੰਦਾ, ਤੇ ਇਹ ਪੈ ਨੂੰ ਨਾ ਫਿਰ ਉੱਲੀ ਲੱਗ ਜਾਂਦੀ ਹੈ। ਅੱਛਾ, ਹਾਂ, ਜੇ ਇਹਦੀ ਕਟਾਈ ਕਰਕੇ ਇਹਨੂੰ 2-3 ਧੁੱਪਾਂ ਖੇਤ 'ਚ ਲਵਾਓ, ਕਿਉਂਕਿ ਉੱਥੇ ਫਿਰ ਨਿੱਕੀਆਂ ਢੇਰੀਆਂ 2-2 4-4 ਬੂਟੇ ਕੱਟ ਕੇ ਨਿੱਕੀਆਂ ਢੇਰੀਆਂ ਬਣਾਈਆਂ ਜਾਂਦੀਆਂ। ਤੇ ਫਿਰ ਇਹ 5-4 ਧੁੱਪਾਂ ਲੱਗਣ ਤੋਂ ਬਾਅਦ ਅਗਰ ਤੁਸੀਂ ਦੇਖੋ ਕਿ ਥੱਲਿਓਂ ਗਿੱਲ ਆ, ਉਹ ਟੁੰਨਾਂ ਢੇਰੀਆਂ ਨੂੰ ਕਲਟੀ ਕਰ ਦਿਓ, ਉੱਪਰਲਾ ਪਾਸਾ ਨੀਚੇ ਤੇ ਨੀਚੇ ਵਾਲਾ ਪਾਸਾ ਉੱਪਰ ਕਰ ਦਿਓ, ਤਾਂ ਕਿ ਉੱਪਰਲਾ ਪਾਸਾ ਸੁੱਕ ਗਿਆ ਉਹ ਥੱਲੇ ਚਲਾ ਜਾਵੇ, ਜਿਹੜਾ ਥੱਲਿਓਂ ਗਿੱਲਾ ਪਾਸਾ ਹੈਗਾ ਉਹ ਉੱਪਰ ਆ ਜੇ। ਜਿੰਨੀ ਦੇਰ ਤੱਕ ਤੁਸੀਂ ਉਹ ਫਲੀਆਂ ਲੈ ਕੇ ਹੱਥ ਜਿੱਦਾਂ ਮਲ ਕੇ ਇਦਾਂ ਇਸ ਤਰ੍ਹਾਂ ਦੇਖਦੇ ਆ ਕਿ ਫਲੀ ਭੁਰਦੀ ਆ, ਦਾਣੇ ਸਿਹਤਮੰਦ ਆ, ਮੋਟੇ ਦਾਣੇ ਆ, ਤੇ ਫਿਰ ਤੁਸੀਂ ਕੋਈ ਮਸ਼ੀਨ ਦਾ ਬੰਦੋਬਸਤ ਕਰਕੇ ਉਹਨੂੰ ਹਾਰਵੈਸਟ ਉਹਦੀ ਕਰ ਲਓ। ਬਿਹਤਰ ਤਰੀਕਾ ਇਹ ਆ। ਲੇਕਿਨ ਜਦ ਵਕਤ ਹਾਰਵੈਸਟ ਚਲਾਉਣਾ ਨਾ, ਉਹਦੇ ਵਿੱਚ ਜ਼ਿਮੀਂਦਾਰ ਕਹਿੰਦਾ ਕਿ ਮੈਨੂੰ ਸਰੋਂ ਬਹੁਤੀ ਹਾਸਲ ਹੋਵੇ,
ਲੇਕਿਨ ਜਿਹੜਾ ਥ੍ਰੈਸ਼ਰ ਵਾਲਾ ਵਾ ਉਹਨੂੰ ਆਪਣਾ ਲਾਲਚ ਹੁੰਦਾ ਕਿ ਮੇਰਾ ਕੁੱਟਲ ਬਹੁਤਾ ਹੋਵੇ। ਇਹ ਦੋਵਾਂ ਦੀ ਕਸ਼ਮਕਸ਼ ਦੇ ਵਿੱਚ ਨੁਕਸਾਨ ਜ਼ਿਮੀਂਦਾਰ ਦਾ ਹੁੰਦਾ। ਉਹ ਥੋੜੀ ਜਿਹੀ ਰੇਸ ਖਿੱਚ ਕੇ ਰੱਖਦਾ, ਉਹ ਕਹਿੰਦਾ ਜੀ ਕਿ ਜਿਹੜੀਆਂ ਆਂਦੇ ਨਾ ਟਾਹਣੀਆਂ, ਇਹਨਾਂ ਦੇ ਮੁੱਢ ਜਿਹੜੇ ਨੇ ਇਹ ਬੜੇ ਬੜੇ ਮੋਟੇ ਨੇ, ਇਹ ਜੀ ਹਲਕੀ ਰੇਸ ਦੇ ਉੱਤੇ ਨਹੀਂ ਕੱਢਦਾ। ਉਹ ਰੇਸ ਥੋੜੀ ਜਿਹੀ ਨਾ ਜ਼ਿਆਦਾ ਕਰ ਦਿੰਦਾ, ਜਿਹਦੇ ਨਾਲ ਜਿਹੜਾ ਸਰੋਂ ਦਾ ਜਿਹੜਾ ਹੈਗਾ ਪੈਦਾਵਾਰ, ਉਹ ਜਿਹੜੀ ਸਰੋਂ ਹੁੰਦੀ ਆ, ਉਹ ਅੱਗੇ ਪੱਖਾ ਚੱਕ ਕੇ ਤੇ ਉਹਨੂੰ ਤੂੜੀ ਦੇ ਵਿੱਚ ਬਣਾ ਕੇ ਤੇ ਉਹਨੂੰ ਜ਼ਾਇਆ ਕਰ ਦਿੰਦਾ। ਲੇਕਿਨ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਉਹ ਇੱਕ ਦਫਾ ਹਲਕੀ ਕਰਦਾ ਰੇਸ, ਥੋੜੀ ਜਿਹੀ ਹਲਕੀ ਕਰਨ ਤੋਂ ਬਾਅਦ ਉਹ ਫਿਰ ਥੋੜਾ ਜਿਹਾ ਉਹਨੂੰ ਛੇੜ ਦਿੰਦਾ ਰੇਸ ਨੂੰ। ਉਹਨੂੰ ਇਹ ਲਾਲਚ ਹੁੰਦਾ ਵੀ ਇਹਨਾਂ ਕੁੱਟਲ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਬਣੇ, ਕਿਉਂਕਿ ਮੈਂ ਤਾਂ ਇਹ ਇਸੇ ਮਜ਼ਦੂਰੀ ਤੇ ਕੱਢਣੀ ਆ, ਮੈਂ ਤਾਂ ਲੈਣਾ ਕੁਛ ਨਹੀਂ ਇਹਨਾਂ ਕੋ, ਨਾ ਮੈਂ ਪੈਸੇ ਲੈਣੇ ਆ, ਸਰੋਂ ਇਹਨਾਂ ਨੂੰ ਕੱਢ ਕੇ ਦੇ ਦੇਣੀ ਆ, ਕੁੱਟਲ ਮੈਂ ਜਾ ਕੇ ਭੱਠੇ ਦੇ ਵੇਚ ਲੈਣਾ, ਉਹ 300-400-500 ਰੁਪਏ ਮਣ ਤੱਕ ਵਿਕ ਜਾਂਦਾ। ਯਾਨੀ ਉਹ ਤਾਂ ਮੁਫਤ ਜਿਹੜਾ ਜ਼ਿਮੀਂਦਾਰ ਇਸੇ ਖੁਸ਼ੀ 'ਚ ਮਾਰਿਆ ਜਾਂਦਾ ਕਿ ਮੇਰੀ ਸਰੋਂ ਮੁਫਤ ਨਿਕਲਦੀ ਪਈ ਹੈ, ਜਦ ਕਿ ਜਿਹੜੀ ਇਹਦੀ ਖੁਸ਼ੀ ਆ, ਇਹਦੇ ਪਿੱਛੇ ਬਹੁਤ ਵੱਡਾ ਗਮ ਵੀ ਹੈਗਾ। ਅਸੀਂ ਕਿੱਲਿਆਂ ਦੇ ਕਿੱਲੇ ਸਰੋਂ ਕਾਸ਼ਤ ਕਰਦੇ ਹਾਂ, ਉਹ ਬਾਅਦ ਦੇ ਵਿੱਚ ਅਸੀਂ ਜਿਸ ਵੇਲੇ ਸਾਡੇ ਖੇਤ 'ਚ ਸਰੋਂ ਹੁੰਦੀ ਆ, ਉਲਰੀ ਪੁਲਰੀ ਪਈ ਆ, ਫਸੀ ਪਈ ਆ ਆਪਸ ਦੇ ਵਿੱਚ, ਸਾਡਾ ਇਹ ਅੰਦਾਜ਼ਾ ਹੁੰਦਾ ਕਿ ਜਿਹੜੀ ਸਾਡੀ ਸਰੋਂ ਆ ਇਹ 18 ਤੋਂ 20 ਮਣ 25 ਮਣ 30 ਮਣ ਫੀ ਏਕੜ ਸਾਡਾ ਇਹ ਔਸਤ ਆਏਗੀ। ਜਦੋਂ ਅਸੀਂ ਸਾਰੇ ਇਹ ਮਰਲੇ ਨੂੰ ਕਟਾਈ ਵੀ ਕਰਾ ਲੈਂਦੇ ਹਾਂ, ਸੁਕਾ ਵੀ ਲੈਂਦੇ ਹਾਂ, ਹਾਰਵੈਸਟਿੰਗ ਵੀ ਕਰਾ ਲੈਂਦੇ ਹਾਂ। ਜਿਸ ਵਕਤ ਹਾਰਵੈਸਟਰ ਚੱਲਦਾ ਤੇ ਗੱਟੂ ਲੈ ਕੇ ਨੇੜੇ ਹੁੰਦੇ ਉਹਦੇ, ਤੇ ਉਹ 5-6 ਗੱਟੂ ਤੋਂ ਬਾਅਦ ਪਤਾ ਲੱਗਦਾ ਜੀ ਕਿ ਕਿੱਲਾ ਤਾਂ ਮੁੱਕ ਗਿਆ। ਉਸ ਕਿੱਲਾ ਮੁੱਕਣ ਦੇ ਪਿੱਛੇ ਜਿਹੜੇ ਅਵਾਮਲ ਕਾਰ ਫਰਮਾ ਉਹ ਇਹੀ ਹੈਗੇ ਆ ਕਿ ਤੁਸੀਂ ਆਪਦੇ ਪੈਰਾਂ ਤੇ ਕੁਹਾੜੀ ਆਮ ਮਾਰੀ ਹੈ। ਤੁਸੀਂ ਹਰੀ ਸਰੋਂ ਵੱਢ ਕੇ ਰੱਖ ਲਈ ਆ, ਇੱਕ ਤਾਂ ਜਿਹੜੇ ਡੰਡੇ ਜੇ ਆ ਸਰੋਂ ਦੇ ਮੁੱਢ ਜਿਹਨੂੰ ਕਿਹਾ ਜਾਂਦਾ ਹੈਗਾ, ਉਹ ਹਰੀਆਂ ਟਾਹਣੀਆਂ ਹੁੰਦੀਆਂ, ਥ੍ਰੈਸ਼ਰ ਨੂੰ ਹਾਰਵੈਸਟ ਕਰਨ ਲੱਗੀ ਕੱਟਦੀ ਨਹੀਂ, ਉਹ ਫਿਰ ਰੇਸ ਖਿੱਚ ਕੇ ਰੱਖਦਾ। ਉਹਨੂੰ ਹੁੰਦਾ ਕਿ ਮੇਰੀ ਤੂੜੀ ਬਣ ਜੇ, ਮੇਰਾ ਭੱਠੇ ਦੇ ਰੇਟ ਚੰਗਾ ਲੱਗੇ। ਤੁਸੀਂ ਸਰੋਂ ਦੇ ਚੱਕਰਾਂ 'ਚ ਪਏ ਹੁੰਦੇ, ਸਾਡਾ ਰੇਟ ਚੰਗਾ ਲੱਗੇ, ਸਾਡੀ ਪੈਦਾਵਾਰ ਆਵੇ। ਤੇ ਜਿਹਨੇ ਹਾਰਵੈਸਟ ਕਰਨੀ ਹੈਗੀ ਉਹ ਆਪਦੇ ਚੱਕਰਾਂ 'ਚ ਪਿਆ ਹੁੰਦਾ, ਉਹਦੀ ਪਲਾਨਿੰਗ ਕੁਛ ਹੋਰ ਹੁੰਦੀ ਆ। ਉਹ ਕਹਿੰਦਾ ਜੀ ਮੇਰਾ ਇੱਥੋਂ ਕੰਮ ਨਾ ਵੀ 50-60 ਮਣ ਦਾ ਟਰਾਲਾ ਦਾ ਕਿੱਲੇ 'ਚ ਬਣੇ ਨਾ ਕੁੱਟਲ ਦਾ, ਫਿਰ ਹੀ ਮੇਰੇ ਕੋਈ ਪੱਲੇ ਪਵੇਗਾ, ਕਿਉਂਕਿ ਉਹਨੇ 5-6 ਬੰਦੇ ਰੱਖੇ ਹੁੰਦੇ ਲੇਬਰ ਤੇ, ਟਰੈਕਟਰ 'ਚ ਵੀ ਤੇਲ ਪੈਂਦਾ, ਨਾਲ ਦੇ ਔਜ਼ਾਰ ਹੁੰਦੇ ਆ, ਮਸ਼ੀਨਰੀ ਵੀ ਉਹਦੀ ਹੁੰਦੀ ਆ। ਯਾਨੀ ਉਹ ਸਾਰੇ ਉਹਦਾ ਮਤਲਬ ਹੁੰਦਾ ਵੀ ਜ਼ਿਮੀਂਦਾਰ ਨੂੰ ਕੁਛ ਬਚੇ ਚਾਹੇ ਨਾ ਬਚੇ ਬੜੇ ਭਾਂਡੇ 'ਚ। ਮੇਰਾ ਟਰਾਲਾ ਜਿਹੜਾ ਨਾ ਭੁੰਗ ਲਾ ਕੇ ਇਹ ਕਿੱਲੇ 2 ਕਿੱਲੇ ਜਾਂ ਮੇਰੇ ਟਰਾਲੇ ਦੀ ਨਾ ਟੀਸੀ ਨਿਕਲਣੀ ਚਾਹੀਦੀ ਹੈ। ਮੈਨੂੰ ਕੋਈ 1,80,000 ਲੱਖ ਦਾ ਮੇਰਾ ਕੁੱਟਲ ਵਿਕ ਜਾਵੇ ਤੇ ਮੈਂ ਯਾਨੀ ਮੇਰੇ ਤੇ ਖੁਸ਼ਹਾਲੀ ਹੋ ਜਾਏ। ਜਿਹਨੇ ਜ਼ਿਮੀਂਦਾਰ ਨੇ ਵਿਚਾਰੇ ਨੇ 6 ਮਹੀਨੇ ਨੂੰ ਸਾਂਭਿਆ, ਪਾਣੀ ਲਾਇਆ, ਸਪਰੇਅ ਕੀਤੀ ਆ, ਇਹਨੂੰ ਬਚ ਬਚਾ ਕੇ ਮੌਸਮੀ ਹਾਲਾਤ ਤੋਂ ਵੀ, ਹਨੇਰੀ ਵਿੱਚ ਕਈ ਪੌਦੇ ਉੱਲਰ ਜਾਂਦੇ, ਡਿੱਗ ਪੈਂਦੇ ਆ, ਤੇ ਜ਼ਿਮੀਂਦਾਰ ਵਿਚਾਰਾ ਇਹਨੂੰ ਬਚਾਰਾ ਖੜਾ ਕਰਦਾ। ਲੇਕਿਨ ਇਹਨੂੰ ਬੜੀ ਮਿਹਨਤ ਤਕਦਾਰ ਦੇ ਨਾਲ ਇਹਨੂੰ ਪਕਾਈ ਦੇ ਮਰਲੇ ਤੱਕ ਪਹੁੰਚਾਉਂਦਾ। ਲੇਕਿਨ ਜਿਸ ਵਕਤ ਇਹਨੂੰ ਬੜੀ ਮਿਹਨਤ ਨਾਲ ਉਸ ਮਰਲੇ 'ਤੇ ਲੈ ਜਾਂਦਾ, ਤੇ ਫਿਰ ਉਹ ਜਲਦਬਾਜ਼ੀ ਜਿਹੜੀ ਆ ਨਾ ਉਹੀ ਸਾਡੇ ਪੈਰਾਂ ਅੱਗੇ ਆਉਂਦੀ ਆ ਕਿ ਇਹਨੂੰ ਤਾਂ ਅਸੀਂ ਹਰੀ ਵੱਢ ਕੇ ਢੇਰੀ ਲਾ ਦਿੰਦੇ ਆ, ਉਹ ਕੁਛ ਉੱਲੀ ਪੈ ਜਾਂਦੀ ਆ, ਕੁਛ ਅਸੀਂ ਸਹੀ ਸੁਕਾ ਨਹੀਂ ਸਕਦੇ। ਤੇ ਜਿਹੜਾ ਹਾਰਵੈਸਟ ਜਿਹਨੇ ਕਰਨੀ ਉਹਨੂੰ ਛੇਤੀ ਹੁੰਦੀ ਆ, ਉਹ ਕਹਿੰਦਾ ਜੇ ਸੁੱਕ ਗਈ ਤੇ ਇਹਦਾ ਵਜ਼ਨ ਹੌਲਾ ਹੋ ਜਾਣਾ, ਮੇਰਾ ਭੱਠੇ ਦੇ ਬਜਾਏ 80 ਮਣ ਦੇ ਮੇਰਾ 60 ਮਣ ਵਜ਼ਨ ਰਹਿ ਜਾਣਾ। ਉਹ ਆਪਦੇ ਚੱਕਰਾਂ 'ਚ ਹੁੰਦਾ, ਬਸਰਾ ਜ਼ਿਮੀਂਦਾਰ ਨੂੰ ਮੁਤਮਿਨ ਕਰਦਾ, ਬਾਅਦ ਜੇ ਸੁੱਕ ਗਈ ਬਸਰਾ ਮਰੋੜ ਕੇ ਇਦਾਂ ਨਾ, ਇਦਾਂ ਮਰੋੜ ਕੇ ਵੇਖੋ ਜੀ ਭੁਰ ਗਈ ਜੀ, ਆਹ ਵੇਖੋ ਜੀ ਭੁਰ ਗਈ, ਲੈ ਦਾਣੇ ਦਾਣੇ ਹੋ ਗਏ ਜੀ। ਲੇਕਿਨ ਉਹਦੇ ਪਿੱਛੇ ਜਿਹੜਾ ਉਹਦਾ ਮੁੱਢ ਜਿਹੜਾ ਵਾ ਉਹ ਹਰਾ ਗਾਚ ਵਰਗਾ ਹੁੰਦਾ। ਦੇਖੋ ਜੀ ਉਹ ਜ਼ਿਮੀਂਦਾਰ ਦੀ ਪੇਸ਼ ਨਹੀਂ ਜਾਣ ਦਿੰਦਾ। ਜ਼ਿਮੀਂਦਾਰ ਭੋਲਾ, ਇੰਨਾ ਭੋਲਾ ਹੈਗਾ ਕਿ ਇਹ ਜਿਹੜਾ ਵੀ ਇਹਨੂੰ ਗੱਲੀ ਲਾਉਂਦਾ ਉਹਦੇ ਬਣ ਕੇ ਬਹਿ ਜਾਂਦਾ, ਕਿਉਂਕਿ ਖਰਚੇ ਇੰਨੇ ਆ, ਜ਼ਿਮੀਂਦਾਰ ਦੀ ਮਾਤੀ ਮਾਰੀ ਪਈ ਹੈ ਵੀ 1800 ਨੂੰ ਮੋਟਰ ਦਾ ਪਾਣੀ ਮਿਲਦਾ, 2000 ਦੀ ਵਾਈ ਆ, 14-15 ਦੀ DAP ਆ, 5-6 ਦੀ ਯੂਰੀਆ ਵਾ, ਤੇ ਸਪਰੇਵਾਂ ਕਿੰਨੀਆਂ ਮਹਿੰਗੀਆਂ। ਜ਼ਿਮੀਂਦਾਰ ਦਾ ਖਰਚਾ ਕਰ ਕਰਕੇ ਜਿੰਨੀ ਦੇਰ ਨੂੰ ਫਸਲ ਪੱਕਦੀ ਹੈ ਜ਼ਿਮੀਂਦਾਰ ਅਧਮੋਇਆ ਹੋ ਜਾਂਦਾ। ਉਹਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਉਹ ਪਿੱਛੇ ਸੋਚੀ ਜਾਂਦਾ ਕਿ ਮੇਰਾ ਇੰਨਾ ਖਰਚਾ ਹੋ ਗਿਆ, ਮੇਰਾ ਅੱਗੇ ਬਣੂਗੀ। ਲੇਕਿਨ ਜ਼ਿਮੀਂਦਾਰ ਨੂੰ ਮੁੰਨਣ ਵਾਲੇ ਬਹੁਤ, ਜਿਹੜਾ ਮਿਡਲ ਮੈਨ ਨਾ ਇਹ ਜ਼ਿਮੀਂਦਾਰ ਨੂੰ ਮੁੰਨਦਾ, ਇੱਦਾਂ ਦੀ ਮੰਜੀ ਠੋਕਦਾ ਹੈ ਜ਼ਿਮੀਂਦਾਰ ਦੀ ਕਿ ਜ਼ਿਮੀਂਦਾਰ ਜਿਹੜਾ ਨਾ ਬਾਅਦ ਵਿੱਚ ਦੰਦਾਂ ਥੱਲੇ ਉਗਲੀ ਲੈ ਕੇ ਬਹਿ ਜਾਂਦਾ। ਉਹ ਆਪਣੇ ਆਪ ਨੂੰ ਇੰਨਾ ਕੋਸਦਾ ਕਿ ਮੈਂ ਇੱਦਾਂ ਹੋਵਾਂ ਜੇ ਮੈਂ ਆਹ ਪੰਗਾ ਲਵਾਂ ਤਾਂ, ਜਾਂ ਮੈਂ ਕੋਈ ਆਹ ਫਸਲ ਕਾਸ਼ਤ ਕਰਾਂ ਤਾਂ। ਜੋ ਇੱਕ ਪਾਸੇ ਦਿਲ ਬਰਦਾਸ਼ਤ ਹੁੰਦਾ, ਦੂਜੀ ਫਸਲ ਦਾ ਆਸਰਾ ਤੱਕਦਾ, ਜਦੋਂ ਉਹਦਾ ਟਾਈਮ ਆਉਂਦਾ ਉਹਦੇ ਵਿੱਚ ਬੜਾ ਪੈਂਦੀ ਆ। ਹੁਣ ਸਾਡੀ ਜਿਹੜੀ ਕਣਕ ਦੀ ਫਸਲ ਆ, ਇਹਦੇ ਨਾਲ ਜਿਹੜੀ ਸਰੋਂ ਦੀ ਜਿਹੜੀ ਕਣਕ ਦੀ ਫਸਲ ਆਪਸ 'ਚ ਇਕੱਠੀਆਂ ਤਿਆਰ ਹੁੰਦੀਆਂ। ਹਾਂ, ਇਹ ਤਕਰੀਬਨ ਕੋਈ 10 ਕੁ ਦਿਨ ਪਹਿਲੇ 15 ਦਿਨ ਤਿਆਰ ਹੋ ਜਾਂਦੀ ਆ। ਕਣਕ ਦੀ ਫਸਲ 15 ਦਿਨ ਬਾਅਦ 'ਚ ਤਿਆਰ ਹੋਣੀ ਆ। ਤੇ ਜਦੋਂ ਹੁਣ ਜ਼ਿਮੀਂਦਾਰ ਨੇ ਕਣਕ ਦੀ ਫਸਲ ਜਿਹੜੀ ਹੈਗੀ ਆ ਇੰਨੀ ਮੁਸ਼ਕਿਲ ਦੇ ਨਾਲ 40-45 ਹਜ਼ਾਰ ਫੀ ਏਕੜ ਉੱਤੇ ਖਰਚਾ ਕਰਕੇ ਉਹਨੂੰ ਪਾਲਿਆ, ਤੇ ਅੱਲਾਹ ਤਾਲਾ ਦੇ ਕੋਲੋਂ ਮਾਫੀ ਮੰਗ ਕੇ ਕਿਹਾ ਵੀ ਅੱਲਾ ਹੁਣ ਕੋਈ ਬੁੱਲਾ ਦੀ ਨੇਰੀਆਂ ਨਾ ਚਲਾਈ, ਤੇ ਗੜੇ ਤੇ ਆਪਣੇ ਬਾਰਿਸ਼ਾਂ ਤੋਂ ਬਚਾਈ। ਤੇ ਜੇ ਅੱਲਾਹ ਤਾਲਾ ਜੇ ਮਿਹਰਬਾਨੀ ਕਰਦਾ ਤੇ ਬੰਦੇ ਦੇ ਹੱਥ ਜਿਹੜੀ ਛੁਰੀ ਫੜੀ ਹੈ ਨਾ, ਉਹ ਜ਼ਿਮੀਂਦਾਰ ਨੂੰ ਕੋਹ ਕੇ ਰੱਖ ਦਿੰਦੀ ਹੈ।
ਹੁਣ ਜਿਸ ਵਕਤ ਆਪਣੇ ਸਰੋਂ ਦੇ ਨਾਲ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੋਣੀ ਆ, ਕਿਉਂਕਿ ਸਾਡਾ ਹੁਣ ਇਹ ਅੱਜ ਗੱਲਬਾਤ ਕਟਾਈ ਤੇ ਹੋ ਰਹੀ ਆ ਨਾ, ਕਟਾਈ। ਚਲੋ ਥੋੜੀ ਜਿਹੀ ਸਰੋਂ ਦੇ ਨਾਲ ਅਸੀਂ ਕਣਕ ਨੂੰ ਵੀ ਅਟੈਚ ਕਰ ਲੈਂਦੇ ਆ ਵੀ ਉੱਥੇ ਜ਼ਿਮੀਂਦਾਰ ਦਾ ਕੀ ਹਾਲ ਹੁੰਦਾ। ਵੀ ਗੱਲ ਇਹ ਹੈਗੀ ਆ ਕਿ ਕਣਕ ਦੀ ਕਟਾਈ ਦਾ ਜਿਸ ਵਕਤ ਕਣਕ ਨੇ ਲਾਲੀ ਮਾਰਨੀ ਹੈ ਨਾ, ਤੇ ਉਸ ਵਕਤ ਨਾ ਸਾਰੇ ਨਾ ਆਪਣੀਆਂ ਨਾ ਕਈਆਂ ਕੁਹਾੜੀਆਂ ਤੇ ਛੁਰੀਆਂ ਲੈ ਕੇ ਐ ਤਿੱਖੇ ਹੋ ਜਾਂਦੇ। ਮਸਲਨ ਥ੍ਰੈਸ਼ਰ ਵਾਲਾ ਜਿਹੜਾ ਵਾ ਉਹ ਥ੍ਰੈਸ਼ਰ ਨੂੰ ਰੰਗ ਪਾਲਿਸ਼ ਕਰਾਉਣੀ ਸ਼ੁਰੂ ਕਰ ਦਿੰਦਾ ਵੀ ਜ਼ਿਮੀਂਦਾਰਾਂ ਨੂੰ ਮੁੰਨਣ ਦਾ ਟਾਈਮ ਆ ਗਿਆ। ਜਿਹੜੇ ਹੈਗੇ ਆ ਜਿਹੜੇ ਗਰੀਬ ਲੋਕ ਹੈਗੇ ਆ ਉਹ ਦਾਤੀਆਂ ਦੇ ਮੂੰਹ ਤੇਜ਼ ਕਰਾਉਣ ਲੱਗ ਪੈਂਦੇ ਜੀ ਕਿ ਹੁਣ ਜ਼ਿਮੀਂਦਾਰਾਂ ਨੂੰ ਮੁੰਨਣ ਦਾ ਟਾਈਮ ਆ ਗਿਆ। ਉਸ ਤੋਂ ਬਾਅਦ ਜਿਹੜੇ ਹਾਰਵੈਸਟਰ ਵਾਲੇ ਆ ਉਹ ਵੀ ਬੜੇ ਚਕੰਨੇ ਆ, ਉਹ ਵੀ ਆਪਦੇ ਪਟੇ ਪੁਟੇ ਤੇ ਗੁੱਲੀਆਂ ਗਲੀਆਂ ਜਿਹੀਆਂ ਪਾ ਕੇ ਆਪਣੇ ਰੈਪਰ ਨੂੰ ਉਹ ਵੀ ਬਿਲਕੁਲ ਤਿਆਰ ਬੈਠੇ ਹੁੰਦੇ ਆ ਕਿ ਹੁਣ ਜ਼ਿਮੀਂਦਾਰਾਂ ਦੀ ਛਿੱਲ ਲਾਣੀ ਆ ਜੀ। ਸਾਰੇ 4-5 ਜਿਹੜੇ ਨਾ ਇਹ ਬੰਦੇ ਇਹ ਸਾਰੇ ਨਾ ਇਹ ਜ਼ਿਮੀਂਦਾਰ ਨੂੰ ਨਾ ਕੈਚ ਕਰਨ ਵਾਸਤੇ ਤਿਆਰ ਹੋ ਜਾਂਦੇ ਜੀ। ਅੱਜ ਪਹਿਲੇ ਤਾਂ ਹੈਗੀ ਆ ਕਿ ਇਹਨੂੰ ਜਿੰਨੇ ਇਹਦੀ ਕਟਾਈ ਕਰਨੀ ਆ, ਫਿਰ ਜਿੰਨੇ ਗਾਹਣੀ ਆ, ਫਿਰ ਜਿਸ ਨੇ ਇਸ ਨੂੰ ਥ੍ਰੈਸ਼ਰ ਕਰਨਾ ਗਾ ਉਹ ਚਲਾਉਣੀ ਹੈਗੀ ਆ। ਫਿਰ ਇਹ ਸਾਰੇ ਖਰਚੇ ਇੰਨੇ ਹੈਗੇ ਆ ਕਿ ਜ਼ਿਮੀਂਦਾਰ ਦੀ ਮੱਤ ਮਰ ਜਾਂਦੀ। ਜ਼ਿਮੀਂਦਾਰ ਕਹਿੰਦਾ ਯਾਰ ਇਹ ਜਿਵੇਂ ਹੈਗਾ ਨੇ ਇਹਨੂੰ ਇੱਕ ਦਫਾ ਨਾ ਵੱਢ ਵਢਾ ਕੇ ਨਾ ਤੇ ਵੇਚ ਵੁੱਝ ਕੇ ਦੇਣਾ ਲੈਣਾ ਬਰਾਬਰ ਕਰੋ। ਟਿਊਬਲ ਵਾਲੇ ਪਿੱਛੇ ਸਿਰ ਤੇ ਖੜੇ ਆ ਤੇ ਟਰੈਕਟਰਾਂ ਨਾਲ ਅੱਧੇ ਪੈਸੇ ਦੇ ਕੇ ਅੱਧਾ ਆਧਾਰ ਕਰਕੇ ਵਹਾਈ ਕਰਕੇ ਵਿਚਾਰੇ ਨੇ ਸਿਰੇ ਕੀਤੀ ਆ। ਤੇ ਜਿਹਨੇ ਹੁਣ ਹੱਥ ਨਾਲ ਵੱਢਣੀ ਆ ਉਹ ਕਹਿੰਦਾ ਜੀ ਮੈਂ ਤਾਂ 5 ਤੋਂ 6 ਮਣ ਕਿੱਲਾ ਲਊਂਗਾ, ਉਹਦੀ ਚੌਧਰ ਸਭ ਤੋਂ ਬਹੁਤੀ। ਹਾਲਾਂਕਿ ਉਹ ਚੱਕਦੇ ਅੱਗੇ ਪਹਿਲੇ ਵਕਤਾਂ ਵਿੱਚ ਕਹਿੰਦੇ ਹੁੰਦੇ ਸੀ ਕਿ ਜਿਹੜੇ ਕੰਮੀ ਜਿਹੜੇ ਗਰੀਬ ਲੋਕ ਨਾ ਕੰਮੀ ਕਹਿੰਦੇ ਕੰਮ ਕਰਨਾ ਇਹਨੂੰ, ਵੈਸੇ ਕੰਮੀ ਨਹੀਂ ਕਿਹਾ ਜਾਂਦਾ, ਕੰਮੀ ਕਹਿੰਦੇ ਕੰਮ ਕਰਨਾ ਇਹਨੂੰ। ਕੋਈ ਬੰਦਾ ਕੰਮ ਕਰਦਾ ਉਹਨੂੰ ਕੰਮੀ ਜਿਹੜਾ ਇਹਦਾ ਮਤਲਬ ਇਹ ਆ ਕੰਮੀ ਕੰਮ ਕਰਨ ਵਾਲਾ ਜੀ ਜੀ। ਤੇ ਉਹਦੇ ਉੱਤੇ ਇਹ ਗੱਲ ਹੈ ਕਿ ਉਹ ਜਿਸ ਵਕਤ ਕਣਕ ਜਿਹੜੀ ਹੈਗੀ ਜਿਸ ਵਕਤ ਉਹਦਾ ਸਿੱਟਾ ਉਤੋਂ ਪੱਕ ਕੇ ਤੇ ਮੁੜਦਾ ਨਾ ਕੁੰਡਲ ਪੈਂਦਾ ਤੇ ਵਿਸਾਖ ਦੀ ਪਹਿਲੀ ਤੇ ਜਿਸ ਤਰ੍ਹਾਂ ਅਪ੍ਰੈਲ ਦੀ 13 ਤਰੀਕ ਆਉਂਦੀ ਆ ਤਾਂ ਇੰਡੀਆ ਵਿੱਚ ਤਾਂ ਖੈਰ ਉਹ ਵਾਢੀ ਦਾ ਇੱਕ ਮਨਾਉਂਦੇ ਆ ਨਾ ਮੌਸਮ ਜਿਹਾ, ਤੇ ਉਹ ਢੋਲ ਢਮਾਕੇ ਨਾਲ ਵਾਢੀ ਦਾ ਆਗਾਜ਼ ਕਰਦੇ ਗੰਦਮ ਦੀ ਕਟਾਈ ਦਾ। ਤੇ ਲੇਕਿਨ ਜਿਸ ਵਕਤ ਸਾਡੇ ਤਾਂ ਅਸੀਂ ਤਾਂ ਮੁਸਲਮਾਨ ਆ ਨਾ, ਅਸੀਂ ਤਾਂ ਉਹਨਾਂ ਦੀਆਂ ਨੇ ਨਾ ਚੀਜ਼ਾਂ ਨੂੰ ਅਪਣਾ ਸਕਦੇ। ਤੇ ਲੇਕਿਨ ਜਿਸ ਵਕਤ ਇਹਦੀ ਕਟਾਈ ਦਾ ਅਮਲ ਸ਼ੁਰੂ ਹੁੰਦਾ ਉਹ ਤੁਸੀਂ ਦੇਖੋ ਕਿ ਅਸੀਂ ਗੱਲ ਕਰਦੇ ਸਭ ਤੋਂ ਪਹਿਲੇ ਗੰਦਮ ਕੱਟਣ ਵਾਲੇ ਨਾਲ, ਯਾਰ ਗੰਦਮ ਪੱਕ ਗਈ ਆ। ਕੁਝ ਕਟਾਈ ਵਾਲੇ ਵੀ ਥੋੜ੍ਹਾ ਜਿਹਾ ਮੁਤਹਰਕ ਹੋ ਜਾਂਦੇ ਆ, ਚਕੰਨੇ ਹੋ ਜਾਂਦੇ ਆ ਵੀ ਯਾਰ ਕੋਈ 5 ਕਿੱਲੇ ਦੀ ਬੁੱਕ ਕਰ ਲਈਏ, 4 ਕਿੱਲੇ ਦੀ ਬੁੱਕ ਕਰ ਲਈਏ, 10 ਕਿੱਲੇ ਦੀ ਬੁੱਕ ਕਰ ਲਈਏ। ਜਿੱਦਾਂ ਜਿੱਦਾਂ ਕਿਸੇ ਦੀ ਫੈਮਿਲੀ ਹੁੰਦੀ, ਛੋਟੀ ਫੈਮਿਲੀ ਵਾਲਾ ਕਹਿੰਦਾ ਜੀ 5 ਕਿੱਲੇ ਬੜੇ ਅਸੀਂ ਇੰਨੀ ਮਸਾਂ ਸੰਭਾਲਾਂਗੇ, ਵੱਡੀ ਫੈਮਿਲੀ ਵਾਲਾ ਕਹਿੰਦਾ ਨਹੀਂ ਜੀ ਅਸੀਂ 12-13 ਕਿੱਲੇ ਅਸੀਂ ਫੜ ਕੇ ਤੇ ਲਵੇਟ ਦਿਆਂਗੇ। ਤੋ ਇੱਦਾਂ ਕਰਕੇ ਮੁੱਕਮ ਕਹਾ ਜਾਂਦਾ। ਜਦੋਂ ਗੱਲ ਰੇਟ ਤੇ ਆਉਂਦੀ ਉੱਥੇ ਆ ਕੇ ਫਿਰ ਨਾ ਥੋੜ੍ਹਾ ਜਿਹਾ ਤਣਾਅ ਪੈਦਾ ਹੋ ਜਾਂਦਾ। ਜ਼ਿਮੀਂਦਾਰ ਆਪਣੇ ਨੂੰ ਕਹੀਦਾ ਵਾ, ਜਿਹਨੇ ਆਪਣੇ ਗੰਦਮ ਦੀ ਕਟਾਈ ਕਰਨੀ ਹੁੰਦੀ ਉਹ ਆਪਣੇ ਨੂੰ ਕਹੀਦਾ, ਉਹ ਕਹਿੰਦਾ ਜੀ 5 ਤੋਂ 6 ਮਣ ਲੈਣੀ ਆ। ਤੇ ਮੇਰਾ ਕਹਿੰਦਾ ਯਾਰ ਚੱਲ ਕੋਈ ਨਹੀਂ ਭਰਾ, 4 ਮਣ ਬੜੀ ਆ, 4000 ਰੇਟ ਆ, 4 ਚੌਕ 16000 ਤਾਂ ਬਣਦਾ ਹੀ ਆ ਨਾ, ਵੀ 4 ਮਣ ਨਾਲ ਤੂੰ ਇਤਫਾਕ ਕਰ ਲਾ। ਲੇਕਿਨ ਜਿਹੜਾ ਗੰਦਮ ਦੀ ਕਟਾਈ ਕਰਨ ਵਾਲਾ ਕਹਿੰਦਾ ਜੀ ਗਰਮੀ ਬੜੀ ਪੈਂਦੀ ਆ, ਲੂਹਾ ਲੱਗ ਜਾਂਦਾ, ਠਾਠੇ ਮਾਰ ਕੇ ਕਣਕ ਵੱਢਣੀ ਪੈਂਦੀ, ਇੱਕ ਸੌਖਾ ਕੰਮ ਨਹੀਂ ਹੈਗਾ, ਜਿੱਡਾ ਸੌਖਾ ਤਾਂ ਆਪ ਕਰ ਲਾ। ਜ਼ਿਮੀਂਦਾਰ ਜਿਹੜਾ ਮਜਬੂਰ ਹੁੰਦਾ, ਉਹ ਇੱਕ ਬੰਦਾ ਹੁੰਦਾ, ਉਹ ਤਾਂ ਨਹੀਂ ਨਾ ਗੰਦਮ ਦੀ ਕਟਾਈ ਕਰ ਸਕਦਾ। ਤੇ ਉਹ ਫਿਰ ਗੱਲ ਕੀ ਜੀ, ਉਹ ਉਸ ਕੰਮੀ ਦੇ ਹੱਥੋਂ ਵਿਕ ਜਾਂਦਾ। ਉਹਨੂੰ 5 ਮਣ ਦੇਣੀ ਪਵੇ, 6 ਮਣ ਦੇਣੀ ਪਵੇ, ਕਿਉਂਕਿ ਇਹ ਗੰਦਮ ਜਿਹੜੀ ਗੰਦਮ ਦੀ ਫਸਲ ਆ ਖੇਤ ਵਿੱਚ ਨਹੀਂ ਨਾ ਰੱਖੀ ਜਾਂਦੀ। ਇਹਨੂੰ 2 4 5 10 ਦਿਨ ਇਹਨੂੰ ਖੜੀ ਕਰ ਲਾਂਗੇ, ਇਹ ਖੀਰ ਇਹਨੂੰ ਕਟਾਣਾ ਹੀ ਕਟਾਣਾ। ਖੈਰ ਜੀ ਉਹ ਜਿਹੜਾ ਗੰਦਮ ਦੀ ਕਟਾਈ ਕਰਨ ਵਾਲਾ ਬੰਦਾ ਵਾ ਉਹ 5 ਤੋਂ 6 ਮਣ ਉਹਦੇ ਨਾਲ ਮੁੱਕ ਜਾਂਦੀ ਹੈ ਜੀ। 5-6 ਮਣ ਤੂੰ ਲੈ ਲਈ, ਉਹ 8ਵਾਂ ਹਿੱਸਾ ਹੀ ਕਹਿ ਲਓ ਜਾਂ 6ਵਾਂ ਹਿੱਸਾ ਬਲਕਿ ਬਣਦਾ। ਉੱਥੇ ਜ਼ਿਮੀਂਦਾਰ ਦਾ ਜਿਹੜਾ ਨਾ ਪਾਸਾ ਇੱਕ ਨਾਲ ਛਿੱਲ ਲੈਂਦਾ ਇੱਦਾਂ ਕਰਕੇ ਵੀ ਇੰਨਾ ਇਹ ਮੁਸ਼ਕਿਲ ਹੈ। 5-6 ਮਣ 24-25 ਹਜ਼ਾਰ ਦੀ ਕਣਕ ਬਣਦੀ ਆ, ਉਹ ਤਾਂ ਲੈ ਲਈ ਨਾ ਗੰਦਮ ਕੱਟਣ ਵਾਲੇ ਨੇ। ਉੱਤੋਂ ਜਿਹੜੇ ਥ੍ਰੈਸ਼ਰ ਵਾਲੇ ਤਾਂ ਹੈਗੇ ਆ ਆਪਣੇ ਹਾਰਵੈਸਟਰ ਵਾਲੇ, ਉਹ ਕਹਿੰਦੇ ਸਾਡੇ ਵਰਗਾ ਬਾਦਸ਼ਾਹ ਹੀ ਕੋਈ ਨਹੀਂ। ਜਿਹੜੀ ਹਾਰਵੈਸਟਰ ਮਸ਼ੀਨ ਸਾਡੀ ਹੈਗੀ ਆ 50 ਲੱਖ ਦੀ ਆਈ ਆ, ਤੇ ਤੁਸੀਂ ਆ 2-3 ਕਿੱਲੇ ਬੀਜ ਕੇ 4 ਕਿੱਲੇ ਜਾਂ 6 ਕਿੱਲੇ ਅੱਧਾ ਮਰਬਾ ਬੀਜ ਕੇ ਬੈਠੇ ਆ, ਤੇ ਅਸੀਂ ਤੁਹਾਡੇ ਨਾਲ ਜ਼ਿਆਦਾ, ਮੇਰਾ ਮਤਲਬ ਵੀ ਪਾਵਰਫੁੱਲ ਆ। ਸਾਡੀ ਲੱਖ 1 ਕਰੋੜ ਰੁਪਏ ਦੀ ਮਸ਼ੀਨਰੀ ਆ, ਤੇ ਗੱਡੀਆਂ ਕਾਰਾਂ ਦੇ ਪਿੱਛੇ ਇਹਦੀ ਅਸੀਂ ਮੇਰਾ ਮਤਲਬ ਰਿਪੇਅਰਿੰਗ ਵੀ ਕਰਨੀ ਆ। ਮਸ਼ੀਨਾਂ ਚੱਲਦੀਆਂ ਖਰਾਬ ਵੀ ਹੋ ਜਾਂਦੀਆਂ, ਟੁੱਟ ਭੱਜ ਹੋ ਜਾਂਦੀਆਂ, ਤਾਂ ਸਪੇਅਰ ਪਾਰਟ ਮੁਲਤਾਨੋਂ ਲਾਹੌਰ ਤੋਂ ਸਵਾਲ ਲੱਭਦਾ ਹੀ ਨਹੀਂ ਦਾ। ਤੇ ਉਹ ਜੀ 18-19-20 ਹਜ਼ਾਰ 20 ਏਕੜ ਤੋਂ ਕੰਮ ਸ਼ੁਰੂ ਕਰਦੇ ਆ। ਪਹਿਲੇ ਤਾਂ ਚਲੇ ਜਾਂਦੇ ਜੀ ਲੋਧਰਾਂ ਨਾਲ, ਕਿਉਂਕਿ ਉਧਰ ਗੰਦਮ ਦੀ ਕਟਾਈ ਸਿੰਧ ਵੱਲੋਂ ਆਉਂਦੀ ਲੋਧਰਾਂ ਦੇ, ਕਿਉਂਕਿ ਅਸੀਂ ਲੈਂਦੇ ਪੰਜਾਬ 'ਚ, ਸਾਡਾ ਐਂਡ ਲੋਧਰਾਂ ਦਾ ਆਹੀ ਏਰੀਆ ਨਾ ਐਂਡ ਵਾਲਾ ਹੀ। ਉਹ ਜੀ ਪਹਿਲੇ 15-20 ਦਿਨ ਉੱਧਰ ਲਾ ਕੇ ਆਉਂਦੇ ਆ, ਸਾਨੂੰ ਕਹਿੰਦੇ ਤੁਸੀਂ ਰੁਕੋ। ਅਸੀਂ ਗਏ ਤੇ ਆਏ, ਉਤੋਂ ਅੱਲਾ ਮੀਆਂ ਦੀ ਜਿਹੜਾ ਥੋੜੀ ਛਾਂ ਕਰਦਾ ਬਦਲੀਆਂ ਦੀ, ਤੇ ਜ਼ਿਮੀਂਦਾਰ ਦਾ ਦਿਲ ਧੱਕ 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 ਵੱਜਣ ਲੱਗ ਪੈਂਦਾ ਵੀ ਯਾ ਅੱਲਾ ਹੁਣ ਨਾ ਦਿਨ ਲਾਈ, 6 ਮਹੀਨੇ ਦੀ ਫਸਲ ਆ, ਬੱਚਿਆਂ ਦੀ ਰੋਜ਼ੀ ਆ, ਇਹ ਕਿਸੇ ਤਰੀਕੇ ਨਾਲ ਸਾਡੇ ਭੜੋਲਿਆਂ 'ਚ ਪੈ ਜੇ। ਉਹ ਜਿਹੜੇ ਹੱਥ ਦੀ ਕਟਾਈ ਕਰਨ ਵਾਲੇ ਆ ਉਹ ਤਾਂ ਅਗੇਤੀ ਕੰਮ ਜਿਹੜੀ ਆਪਣੀ ਕਟਾਈ ਸ਼ੁਰੂ ਕਰ ਦਿੰਦੇ ਆ, ਕਿਉਂਕਿ ਕਾਫੀ ਮਿਹਨਤ ਤਲਬ ਕੰਮ ਆ। ਵਾਕਿਆ ਹੈ ਵੀ ਮੁਸ਼ਕਿਲ ਆ, ਲੇਕਿਨ ਜ਼ਿਮੀਂਦਾਰ ਦਾ ਵੀ ਖਿਆਲ ਕਰਨਾ ਚਾਹੀਦਾ। ਜ਼ਿਮੀਂਦਾਰ ਨੇ ਵੀ ਬੜੇ ਨਾ ਆਪਦੇ, ਕਿਸੇ ਨੇ ਲੇਲੀ ਵੇਚ, ਕਿਸੇ ਨੇ ਬੱਕਰੀ ਵੇਚ, ਕਿਸੇ ਨੇ
ਉਧਾਰ ਚੱਕ ਜਿੱਦਾਂ ਵੀ ਉਹਨੇ ਫਸਲ ਪਾਲ ਲਈ। ਲੇਕਿਨ ਇਹਦੇ ਵਿੱਚ ਥੋੜ੍ਹਾ ਜਿਹਾ ਜਿਹੜੇ ਗੰਦਮ ਦੀ ਕਟਾਈ ਕਰਨ ਵਾਲੇ ਉਹਨਾਂ ਨੂੰ ਸਾਥ ਕਰਨਾ ਚਾਹੀਦਾ ਯਾਰ ਵੀ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨਾ ਇਹ ਜ਼ਿਮੀਂਦਾਰਾਂ ਦਾ ਸੀ। ਹਕੂਮਤ ਨੂੰ ਵੀ ਇਸ ਚੀਜ਼ 'ਤੇ ਥੋੜ੍ਹਾ ਜਿਹਾ ਗੌਰ ਕਰਨਾ ਚਾਹੀਦਾ ਕਿ ਜ਼ਿਮੀਂਦਾਰ ਨੂੰ ਫੈਸਿਲਿਟੀ ਦੇਣੀ ਚਾਹੀਦੀ ਆ ਕਿ ਪੱਕੀ ਹੋਈ ਫਸਲ ਨੂੰ ਕਿਵੇਂ ਸਾਂਭਣਾ। ਲੇਕਿਨ ਜ਼ਿਮੀਂਦਾਰ ਦੇ ਆਪਦੇ ਧੰਦੇ ਏਡੇ ਲੰਮੇ ਚੌੜੇ ਖਿਲਾਰੇ ਹੈਗੇ ਆ, ਉਹ ਆਪਦੇ ਉਲਝਣ 'ਚ ਫਸੀ ਪਈ ਆ। ਇਹ ਯਾਨੀ ਰੂਟ ਲੈਵਲ 'ਤੇ ਗ੍ਰਾਸ ਰੂਟ ਲੈਵਲ 'ਤੇ ਜ਼ਿਮੀਂਦਾਰ ਦਾ ਯਾਨੀ ਕੋਈ ਪੁਰਸਾਨੇ ਹਾਲ ਨਹੀਂ ਹੈਗਾ ਵੀ ਜ਼ਿਮੀਂਦਾਰ ਵਿਚਾਰਾ ਜਿਹੜਾ ਜਿਹਨੇ ਫਸਲ ਤਿਆਰ ਕਰਨੀ ਆ, ਬੀਜਣੀ ਆ, ਵੱਢਣੀ ਆ, ਮਾਰਕੀਟ 'ਚ ਲੈ ਕੇ ਜਾਣੀ ਹੈਗੀ ਆ, ਉਹਦੇ ਵੀ ਕੁਛ ਪੱਲੇ ਪੈਂਦਾ ਜਾਂ ਨਹੀਂ ਪੈਂਦਾ। ਜਿਹੜਾ ਵਿੱਚ ਮਿਡਲ ਮੈਨ ਹੈਗਾ, ਜੇ ਮੰਡੀ ਰੇਟ 4000 ਆ, ਉਹ ਇੱਥੇ 3200 3400 ਦੇ ਵਿੱਚ ਜ਼ਿਮੀਂਦਾਰ ਨੂੰ ਮੁੰਨ ਕੇ ਪਰਾਂ ਕਰਦਾ। 500-600 ਰੁਪਈਆ ਉਹ ਇੱਥੇ ਚੱਕ ਕੇ ਮੰਡੀ ਲਿਜਾਣ ਦਾ ਉਹਦਾ ਕਮਾ ਲੈਂਦਾ। ਉਹ ਕਹਿੰਦਾ ਜੀ ਮੇਰੀ ਟਰਾਲੀ 3-4 ਲੱਖ ਦੀ ਮੇਰੀ ਟਰਾਲੀ ਆ, ਮੇਰਾ 28-30 ਲੱਖ ਦਾ ਮੇਰਾ ਟਰੈਕਟਰ ਆ, ਲੇਬਰ ਰੱਖੀ ਆ, ਇਹ ਜਿਹੜੇ ਇਹਨਾਂ ਬੰਦਿਆਂ ਦਾ ਖਰਚਾ ਮੈਂ ਕਿੱਥੋਂ ਪੂਰਾ ਕਰਨਾ? ਤੁਹਾਡੇ 'ਚ ਕੱਢਣਾ, ਇਹ ਤੁਹਾਡਾ ਖੂਨ ਤੁਹਾਡੇ 'ਤੇ ਲਾਉਣਾ। ਤੇ ਉਹ ਜੀ ਉਹ 4000 ਵਾਲੀ ਫਸਲ ਜਿਹੜੀ ਹੈਗੀ ਉਹ 3200-3400 ਜੇ ਕਿ ਮੇਰਾ ਤੁਹਾਡਾ ਕੋਈ ਤਲਕ ਹੈਗਾ, ਉਹ ਹੌਲੀ ਜਿਹਾ ਕੰਜ ਫੂਕ ਮਾਰ ਦਿੰਦਾ ਯਾਰ 100 ਵੱਧ ਲੈ ਲਈ। ਉਹਨੂੰ 100 ਦਾ ਲਾਲਚ ਦੇ ਕੇ ਉਹਦੇ ਵਿੱਚ ਨਾਲ ਹੀ ਲਵੇੜ ਲੈਂਦਾ ਯਾਰ ਤੂੰ ਯਾਰ ਚੱਲ ਤੈਨੂੰ ਮੈਂ ਨੇੜੇ ਸਵੇਰੇ ਦੇ ਦੂੰ ਪੈਸੇ, ਤੇਰਾ 3500 ਚੱਲ ਹੋ ਗਿਆ। ਚਲੋ ਜੀ ਗੱਲ ਜੀ ਮੁੱਕਦੀ ਮਕਾਨ ਦੀ ਕਿ ਅਗਲੀ ਫਸਲ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਪਹਿਲੀ ਫਸਲ ਦਾ ਜਿਹੜੀ ਫਸਲ ਉਹਦਾ ਐਂਡ ਹੋ ਜਾਂਦਾ। ਇੱਦਾਂ ਹੀ ਕਰ ਕਰਾ ਕੇ ਜੀ ਬਹਰਹਾਲ ਜ਼ਿਮੀਂਦਾਰ ਜਿਹੜੇ ਨਾ ਇਹ ਤਾਂ ਗੌਰਮੈਂਟ ਹੀ ਇਹਨਾਂ ਦੇ ਸਿਰ 'ਤੇ ਇੱਦਾਂ ਸ਼ਫਕਤ ਦਾ ਹੱਥ ਰੱਖੇ ਤੇ ਫਿਰ ਹੀ ਜ਼ਿਮੀਂਦਾਰ ਬਚ ਸਕਦਾ। ਵਰਨਾ ਹੁਣ ਬਿਜਲੀ ਇੰਨੀ ਮਹਿੰਗੀ ਆ, ਉਹ ਕਹਿੰਦੇ ਜੀ 1800 ਤੋਂ ਘੱਟ ਘੰਟਾ ਨਹੀਂ ਦੇਣਾ, ਉਹਨੂੰ ਪਵੇ 700 ਨੂੰ ਘੰਟਾ ਪਵੇ। ਉਹ ਕਹਿੰਦਾ ਜੀ 1800 ਨੂੰ ਘੰਟਾ ਦੇਣਾ, ਪਹਿਲੇ ਪੈਸੇ ਦੀ ਬੁਕਿੰਗ ਕਰਾਓ। ਉਹਦਾ ਟਰਾਂਸਫਾਰਮ ਚੋਰੀ ਹੋ ਜਾਂਦਾ। ਉਹ ਵਿਚਾਰੇ ਕਹਿੰਦੇ ਜੀ ਸਾਡੀਆਂ ਮੋਟਰ ਦੀਆਂ ਤਾਰਾਂ ਲਾ ਕੇ ਲੈ ਗਏ ਚੋਰ। ਉਹ 40000 ਦੀ ਮੋਟੀ ਕੇਬਲ ਪੈਂਦੀ ਆ, ਕੋਈ 60-65 ਫੁੱਟ ਦੀ ਲੰਬੀ, ਉਹ ਜਿਹ 'ਚ 3 ਤਾਰਾਂ ਹੁੰਦੀਆਂ, ਬਾਹਰ ਕੀ ਮੋਟੀ ਕੇਬਲ ਹੁੰਦੀ ਆ। ਉਹ ਕਹਿੰਦੇ ਜੀ ਉਹ 40-50 ਹਜ਼ਾਰ ਦੀ ਕੇਬਲ ਚੋਰ ਲੈ ਗਏ ਆ, ਉਹ ਵੀ ਖਰਚੇ ਤੁਹਾਡੇ 'ਤੇ ਪੈਣੇ ਆ। ਜੇ ਟਰਾਂਸਫਾਰਮ ਚੋਰੀ ਹੋ ਗਿਆ ਜੀ ਉਹ ਵੀ ਜ਼ਿਮੀਂਦਾਰ 'ਤੇ ਪੈਣਾ। ਤੇ ਸਭ ਤੋਂ ਵੱਡੀ ਮਾਰ ਪੈਂਦੀ ਆ ਕਿ ਹੁਣ ਗੰਦਮ ਦੀ ਕਟਾਈ ਹੋ ਜਾਣੀ ਆ ਨਾ, ਤੇ 2 ਮਹੀਨੇ ਵਾਸਤੇ ਮੋਟਰਾਂ ਬੰਦ ਹੋ ਜਾਣੀਆਂ। ਜਦੋਂ ਗੰਦਮ ਪਹਿਲੇ ਅਸੀਂ ਬੀਜੀ ਆ, ਉਦੋਂ ਵੀ 2-3 ਮਹੀਨੇ ਬਿੱਲ ਮੋਟਰਾਂ ਨੂੰ ਵੈਸੇ ਖੜੀ ਨੂੰ ਹੀ ਆਏ ਆ। ਅਸੀਂ ਮੰਨਦੇ ਹਾਂ 50,000 ਰੁਪਈਆ 40,000 ਖੜੀ ਨੂੰ ਆ ਜਾਂਦਾ। ਉਹ ਕਹਿੰਦੇ ਅਸੀਂ ਕਹਿੰਦੇ ਯਾਰ ਸਾਨੂੰ ਤੁਸੀਂ ਪਾਣੀ ਲੈ ਦਿਓ। ਉਹ ਕਹਿੰਦੇ ਜਿਹੜੀ ਉਹ ਖੜੀ ਨੂੰ ਬਿੱਲ ਬਣਾਉਂਦਾ 50-60 ਹਜ਼ਾਰ ਟੈਕਸ ਗੌਰਮੈਂਟ ਸਾਡੇ 'ਤੇ ਆਪਣੇ ਪੈਸੇ ਪਾਉਂਦੀ ਆ, ਅਸੀਂ ਗਾਂ ਜ਼ਿਮੀਂਦਾਰਾਂ 'ਤੇ ਪਾਣੇ ਆ। ਉਹ ਜੀ ਕਹਿੰਦੇ ਅਸੀਂ 1800 ਨੂੰ ਘੰਟਾ ਦਿਆਂਗੇ। ਮੈਨੂੰ ਦੱਸੋ ਜਿਹੜੇ ਭਰਾ ਮੇਰੀ ਆ ਵੀਡੀਓ ਸੁਣਦੇ ਆ, 1800 ਰੁਪਈਆ ਘੰਟੇ ਦੇ ਹਿਸਾਬ ਨਾਲ ਅਸੀਂ ਅਗਰ ਫਸਲ ਨੂੰ ਤਿਆਰ ਕਰਕੇ 5-6 ਪਾਣੀ ਲਾ ਕੇ ਇਹਨੂੰ ਤਿਆਰ ਕਰੀਏ ਤੇ 2000 ਰੁਪਈਆ ਵਹਾਈ ਆ, 14-15 ਹਜ਼ਾਰ ਦੀ DAP ਆ, 5 ਤੋਂ 6 ਹਜ਼ਾਰ ਦੀ ਬਲੈਕ ਯੂਰੀਆ ਉਹ ਵੀ ਨਹੀਂ ਲੱਭਦੀ। ਉਹ ਵੀ ਕਹਿੰਦੇ ਆ ਜੀ ਦੂਜੀ ਲੈ ਜਾਓ ਜਿਹੜੀ ਕਾਲੀ ਜੀ ਹੈ ਸੁਆਹ ਜੀ, ਕਹਿੰਦੀ ਜੀ ਇਹਦੇ ਵਿੱਚ ਤਾਂ ਪਤਾ ਕਿਹੜੀ ਇੱਕ ਕੈਲਸ਼ੀਅਮ ਮਲਾਈ ਹੋਈ ਨਵੀਂ ਚੱਲੀ ਆ, ਉਹ ਜਦੋਂ ਪਾ ਕੇ ਪਾਉਂਦੇ ਆ ਤਾਂ ਮੂੰਹ ਵੀ ਕਾਲਾ ਹੋ ਜਾਂਦਾ ਤੇ ਉਹ ਕੱਪੜੇ ਵੀ ਕਾਲੇ, ਤੇ ਉਹ ਨਾ ਪਾਈ ਦਾ ਪਤਾ ਲੱਗਦਾ ਤੇ ਨਾ ਪਾਈ ਦਾ ਪਤਾ ਲੱਗਦਾ। ਜ਼ਬਰਦਸਤ ਯੂਰੀਆ ਕਹਿੰਦੇ। ਅੱਛਾ ਉਹਨੂੰ ਕੀ ਕਹਿੰਦੇ? ਜ਼ਬਰਦਸਤ ਯੂਰੀਆ। ਜ਼ਬਰਦਸਤ ਯੂਰੀਆ ਯਾਰ ਛੱਡ, ਉਹਦਾ ਨਾ ਅਸਲੇ ਕੋਈ ਖਾਤਾ ਨਹੀਂ ਉਹਦਾ। ਜ਼ਿੰਕ ਹੈ ਸਵਾਦੀ ਜ਼ਿੰਕ ਆ, ਉਹ ਜਦੋਂ ਖਿਲਾਰਦੇ ਸਾਰਾ ਮੂੰਹ ਹੀ ਕਾਲਾ ਹੋ ਜਾਂਦਾ, ਇੱਦਾਂ ਜਿਵੇਂ ਕਿਤੇ ਨਾ ਕੋਲਿਆਂ ਵਾਲੀ ਭੱਠੀ ਦੇ ਕੰਮ ਕਰਦਾ ਆ ਉਹਨਾਂ। ਤੇ ਉਸ ਤੋਂ ਇਲਾਵਾ ਜਿਹੜੀ ਸੋਨਾ ਯੂਰੀਆ ਅੱਛੀ ਕੁਆਲਿਟੀ ਦੀਆਂ ਖਾਦਾਂ ਹੈਗੀਆਂ ਉਹਨੂੰ ਸੀਜ਼ਨ 'ਤੇ ਆ ਕੇ ਗਾਇਬ ਕਰ ਲੈਂਦੇ ਆ। ਤੇ ਫਿਰ ਉਹ ਕਹਿੰਦੇ ਜਿਹੜੇ ਉਹਦੇ ਮੁਤਬਾਦਲ ਖਾਦਾਂ ਪਈਆਂ ਨਾ, ਐਂਗਰੋ ਲੈ ਲਓ, ਬੱਬਰ ਸ਼ੇਰ ਲੈ ਲਓ, 100 ਘੱਟ ਸਾਨੂੰ ਦੇ ਦਿਓ, ਉਹ ਸਾਨੂੰ ਮਜਬੂਰ ਕਰ ਦਿੰਦੇ ਆ। ਨਾਲ ਸਾਨੂੰ ਲਾਈਨ ਚਲਾਉਂਦੇ ਆ ਤੇ ਨਾਲ ਸਾਡੇ ਕੋਲ ਪੈਸੇ ਨਗਦ ਲੈਂਦੇ ਆ, ਤੇ ਨਾਲ ਸਾਨੂੰ ਉਹ ਦੂਜੀਆਂ ਪ੍ਰਾਈਵੇਟ ਖਾਦਾਂ ਲੈਣ 'ਤੇ ਮਜਬੂਰ ਕਰਦੇ ਆ ਵੀ ਉਹ ਨਹੀਂ ਲੱਭਣੀ ਪਈ, ਉਹ ਲੱਭੋਗੇ ਚੌਧਰੀਆਂ ਬੰਦਿਆਂ ਨੂੰ, ਨੰਬਰਦਾਰ ਦੇ ਠੇਕੇਦਾਰਾਂ ਨੂੰ, ਜਾਂ MN MP ਦੇ ਜਿਹੜੇ ਖਾਸ ਬੰਦੇ ਆ ਉਹਨਾਂ ਨੂੰ ਲੱਭੋਗੇ। ਉਹ ਨੇਰੇ ਸਵੇਰੇ ਟਰਾਲੇ ਭਰ ਕੇ ਉਹਨਾਂ ਦੇ ਡੇਰਿਆਂ 'ਤੇ ਪਹੁੰਚਾ ਦਿੰਦੇ ਆ। ਸਾਨੂੰ ਮਜਬੂਰ ਕਰਦੇ ਆ ਜੀ ਕਿ ਐਡਵਾਂਸ ਪੈਸੇ ਲਿਆਓ, ਉਧਾਰ ਤਾਂ ਖਾਦ 'ਚ ਵੈਸੇ ਕੋਈ ਨਹੀਂ ਕਰਦਾ। ਜ਼ਿਮੀਂਦਾਰ ਵਿਚਾਰਾ ਵੀ ਲੈ ਬੱਕਰੀ ਵੇਚ ਕੇ ਨਗਦ ਹੀ ਲਿਜਾਂਦਾ, ਲੈ ਕੇ ਆਉਂਦਾ ਖਾਦ। ਉਹਨੂੰ ਉਹ ਪ੍ਰਾਈਵੇਟ ਖਾਦਾਂ ਦਿੰਦੇ ਆ ਜਿਨ੍ਹਾਂ ਦੀ ਕੁਆਲਿਟੀ ਲੋ ਹੁੰਦੀ ਆ, ਜਾਂ ਜਿਹੜਾ ਪੁਰਾਣਾ ਸਟਾਕ ਹੁੰਦਾ ਜੰਮਿਆ, ਹੁਣ ਉਹ ਮੇਰਾ ਗੱਟੂ ਖਾਦ ਗਾਲ ਦਿੰਦੀ ਆ, ਕੈਮੀਕਲ ਜੋ ਆ ਉਹ ਪੁਰਾਣੀਆਂ ਤਹਿਵਾਂ ਲੱਗੀਆਂ ਗਈਆਂ। ਸਾਨੂੰ ਮਜਬੂਰ ਕਰਦੇ ਜੀ ਨਹੀਂ ਜੀ ਉਹ ਹੈ ਨਹੀਂ ਸੋਨਾ ਯੂਰੀਆ, ਆਹ ਪਈ ਆ ਇੱਕ ਪਨੀ ਕਿਹੜੀ ਆ, ਉਹ ਅੱਧੀ ਬਾਹਰ ਡੁੱਲੀ ਹੁੰਦੀ ਆ, ਅੱਧੀ ਬੁਰ ਦੇ ਵਿੱਚ ਹੁੰਦੀ ਆ, ਗੱਟੂ ਵਿੱਚ ਉਵੇਂ ਮੇਰਾ ਮਤਲਬ ਜਿਵੇਂ ਨਾ ਉਹਨੂੰ ਗਰੀਸ ਲੱਗਾ ਹੁੰਦਾ। ਉਹ ਪੁਰਾਣਾ ਸਟਾਕ ਚੋ ਕੇ ਜਿਹੜਾ ਹੈਗਾ ਵਾ ਉਹ ਬੇਕਾਰ ਹੁੰਦਾ। ਸਾਨੂੰ ਗੱਲ ਕੀ ਜੀ ਮੁੱਕਦੀ ਗੱਲ ਇੱਥੇ ਮਕਾਨ ਆ ਕਿ ਸਾਨੂੰ ਪੁਰਾਣਾ ਸਟਾਕ ਲੈ ਕੇ ਵੀ ਪਾਉਣਾ ਪੈਂਦਾ। ਅਸੀਂ ਫਸੇ ਹੁੰਦੇ ਇੰਨੇ ਮੁਸ਼ਕਿਲ ਮਰਾਹਲ ਥਾਣੇ ਗੁਜ਼ਰ ਕੇ, ਟਰੈਕਟਰ ਦੀ ਬਵਾਈਆਂ, ਮੋਟਰ ਦਾ ਪਾਣੀ, ਖਾਦਾਂ ਸਪਰੇਵਾਂ ਕਰਾ ਕੇ, ਗੰਦਮ ਦੀ ਕਟਾਈ, ਹਾਰਵੈਸਟਿੰਗ, ਇਹ ਸਾਰੀਆਂ ਚੀਜ਼ਾਂ ਕਰਾ ਕੇ ਜਿਸ ਵਕਤ ਸਾਡੀ ਗੰਦਮ ਦੀ ਢੇਰੀ ਲੱਗਦੀ ਹੈ ਨਾ, ਸਾਨੂੰ ਖੁਸ਼ ਹੋਣਾ ਚਾਹੀਦਾ। ਲੇਕਿਨ ਜ਼ਿਮੀਂਦਾਰ ਦੇ ਅੱਖਾਂ ਵਿੱਚੋਂ ਅੱਥਰੂ ਚੋਰੇ ਹੁੰਦੇ ਆ ਦਿਲੀ ਤੌਰ 'ਤੇ। ਜ਼ਿਮੀਂਦਾਰ ਅੰਦਰੋਂ ਰੋ ਰਿਹਾ ਹੁੰਦਾ ਕਿਉਂਕਿ ਉਹ ਤੋਲਣ ਤੋਂ ਪਹਿਲੇ ਉਹਨੇ ਤੋਲ ਲਈ ਹੁੰਦੀ ਆ।
ਉਹ ਕਣਕ ਮਤਲਬ 100 ਮਣ ਦਾ ਢੇਰ ਹੈ ਨਾ, 2 ਕਿੱਲੇ ਬੀਜੀ ਹੈ, ਚਲੋ ਜੇ 2.5 ਕਿੱਲੇ ਬੀਜੀ 40 ਮਣ ਵੀ ਐਵਰੇਜ ਆ ਗਈ, 100 ਮਣ ਬਣ ਗਈ 2.5 ਕਿੱਲਿਆਂ ਦੀ। ਤੇ ਉਹ ਜਿਹੜੇ ਗੰਦਮ ਦਾ ਢੇਰ 100 ਮਣ ਦਾ ਲੱਗਾ, ਬੜਾ ਚੰਗਾ ਢੇਰ ਹੋਵੇ ਤਾਂ 100 ਮਣ ਲੱਗਦਾ। ਦਿੱਲੀ ਤੌਰ ਤੇ ਜ਼ਿਮੀਂਦਾਰ ਅੰਦਰੋਂ ਰੋ ਰਿਹਾ ਹੁੰਦਾ, ਕਿਉਂਕਿ ਉਹ ਉਂਗਲਾਂ ਤੇ ਪਹਿਲੇ ਵੰਡ ਕੀਤੀ ਜਾਂਦਾ ਹੁੰਦਾ ਕਿ 20 ਮਣ ਮੋਟਰ ਦੀ ਹੋ ਜਾਣੀ ਆ ਤੇ 25 ਮਣ ਲੈ ਜਾਣੀ ਟਰੈਕਟਰ ਆਏ ਨੇ, ਆਲੇ ਹਾਰਵੈਸਟਰ ਵਾਲੇ ਆਏ ਆ, 18-20 ਮਣ ਇਹਨਾਂ ਨੇ ਵੀ ਚੁੱਕ ਜਾਣੀ ਆ, ਵਾਢੇ ਵਾਲੇ ਉਹ ਵੀ ਗੱਟੂ ਚੱਕੀ ਆਉਂਦੇ ਪਿੰਡੋਂ, ਵਾਢੇ ਨੂੰ ਵੀ ਤੋਲ ਕੇ ਇੱਥੇ ਦੇਣੀ ਆ, ਤੇ ਬਾਅਦ ਦੇ ਵਿੱਚ ਪਤਾ ਨਹੀਂ ਉਹਨੂੰ ਖਾਣ ਜੋਗੀ ਬਚਣੀ ਆ ਜਾਂ ਨਹੀਂ ਬਚਣੀ। ਤੇ ਦੇਖ ਲਓ, ਜੇ ਉਹਨੂੰ ਇਸ ਫਸਲ ਚੋਂ ਗੰਦਮ ਦੀ ਫਸਲ ਦੇ ਵਿੱਚੋਂ ਬਚਤ ਨਹੀਂ ਆਏਗੀ ਤੇ ਉਹਨੂੰ ਹੋਰ ਕਿਹੜੀ ਫਸਲ ਦੇ ਬਚਤ ਆਏਗੀ। ਇਸ ਕਰਕੇ ਨਾ ਯਾਰ ਇਹ ਸ਼ਾਦਮੀਆਂ ਜਿਹੜਾ ਨਾ ਜ਼ਿਮੀਂਦਾਰਾਂ ਨਾ ਇਹ ਰਹਿ ਗਿਆ ਵੱਡਿਆਂ ਬੰਦਿਆਂ ਦਾ, ਜਿਨ੍ਹਾਂ ਕੋਲ ਜਦੀਦ ਦੀ ਮਸ਼ੀਨਰੀਆਂ, ਮੋਟਰਾਂ ਆਪਣੀਆਂ, ਵਸਾਇਲ ਆਪਣੇ ਆ ਤੇ ਪੈਸੇ ਟੱਕੇ ਵਾਲੇ ਬੰਦੇ ਆ, ਉਹ 3300 ਵਾਲੀ ਯੂਰੀਆ ਲੈ ਕੇ ਉਹਨਾਂ ਨੇ ਰੱਖ ਲਈ ਟਾਈਮ ਨਾਲ। ਪੈਸੇ ਦੀ ਗੱਲ ਆ ਨਾ, ਪੈਸੇ ਦੀ ਗੱਲ ਆ ਵੀ ਜਿਹੜੇ ਵੱਡੇ ਬੰਦੇ ਹੈਗੇ ਜਿਨ੍ਹਾਂ ਦੇ ਬੇਸਾਂ ਬਣੀਆਂ, ਜਿੱਦਾਂ ਵੀ ਬਣੀਆਂ ਸਾਨੂੰ ਨਹੀਂ ਪਤਾ ਕਿੱਦਾਂ ਬਣੀਆਂ, ਉਹ ਤਾਂ ਅੱਲਾ ਜਾਣਦਾ ਕਿੱਦਾਂ ਬੇਸਾਂ ਬਣੀਆਂ ਵੱਡਿਆਂ ਬੰਦਿਆਂ ਦੀਆਂ, ਤੇ ਬਣੀਆਂ ਭਲ ਗਲਤ ਹੀ ਆ। ਜੇ ਹੱਕ ਹਲਾਲ ਦੀ ਖਾ ਕੇ ਬਣਾਈਏ ਨਾ ਫਿਰ ਤਾਂ ਬੇਸਬੂਤ ਕੋਈ ਨਹੀਂ ਬਣਦੀ, ਫਿਰ ਤਾਂ ਇਹ ਆ ਵੀ ਤੁਸੀਂ 2-4 ਸਾਲ ਬਾਅਦ ਇੱਕ ਕੁੜੀ ਮੁੰਡੇ ਦੀ ਸ਼ਾਦੀ ਜ਼ਰੂਰ ਕਰ ਸਕਦੇ ਆ। ਉਸ ਤੋਂ ਇਲਾਵਾ ਤੁਸੀਂ ਨਾ ਤਾਂ ਚੰਗੀ ਬਿਲਡਿੰਗ ਪਾ ਸਕਦੇ ਆ, ਨਾ ਕੋਈ ਤੁਸੀਂ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿੱਚ ਤਾਲੀਮ ਦਵਾ ਸਕਦੇ ਆ। ਬਹੁਤੀ ਕਰੋਗੇ ਤੇ ਕਿਤੇ ਆਪਦੇ ਪ੍ਰਾਈਵੇਟ ਸਕੂਲ ਜਾਂ ਕਿਤੇ ਸਾਹੀਵਾਲ ਦੇ ਕਿਸੇ ਕਾਲਜ ਵਿੱਚ ਤੁਸੀਂ ਬੱਚੇ ਨੂੰ ਤਾਲੀਮ ਦਵਾ ਸਕਦੇ ਆ, ਉਹ ਵੀ ਆਸਾਨ ਨਹੀਂ। ਉਹਨਾਂ ਦੀਆਂ ਫੀਸਾਂ, ਬੱਚੇ ਨੂੰ ਪੜ੍ਹਾਉਣਾ ਲਿਖਾਉਣਾ ਬੜਾ ਔਖਾ ਕੰਮ। ਗੱਲ ਕਿ ਜੇ ਦੁੱਖ ਫੋੜੀਏ ਦੁੱਖ ਮੁੱਕਦੇ ਨਹੀਂ, ਤੇ ਹੀਰ ਵਾਕੂ ਨਾਲ ਕਿਤਾਬ ਬਹੁਤ ਸਾਰੀ ਲਿਖੀ ਜਾ ਸਕਦੀ ਆ ਇਸ ਜ਼ਿਮੀਂਦਾਰੇ ਉੱਤੇ। ਤੇ ਹੀਰ ਦੀ ਕਿਤਾਬ ਲਿਖਣ ਲੱਗਿਆ ਵੀ ਜਿਹੜਾ ਵਾਰਿਸ ਸ਼ਾਹ ਸੀ ਉਹਨੇ ਵੀ ਰੋਕ ਲਾ ਕੇ ਆਖਰ ਤੇ ਆਪਦਾ ਇਹ ਸ਼ੇਰ ਲਿਖ ਕੇ ਤੇ ਹੀਰ ਦੀ ਕਿਤਾਬ ਬੰਦ ਕਰ ਦਿੱਤੀ, ਕਿ ਉਹਨੂੰ ਬੜਾ ਮਾਣ ਸੀ ਕਿ ਜੀ ਮੈਂ ਬਹੁਤ ਵੱਡਾ ਸ਼ਾਇਰ ਹਾਂ। ਤੇ ਮੌਲਾ ਬਖਤ ਕੁਸ਼ਤਾ ਹੋ ਗਿਆ ਜਾਂ ਹੋਰ ਵੀ ਕਈ ਸ਼ਾਇਰ ਨੇ, ਉਹਨਾਂ ਨੇ ਵੀ ਹੀਰ ਦੀ ਕਿਤਾਬ ਲਿਖੀ, ਤੇ ਜਿਹੜੀ ਵਾਰਿਸ ਸ਼ਾਹ ਨੇ ਹੀਰ ਦੀ ਕਿਤਾਬ ਲਿਖਦਿਆਂ ਹੋਇਆ ਆਪਦਾ ਇਹ ਸ਼ੇਰ ਲਿਖ ਕੇ ਹੀਰ ਦੀ ਕਿਤਾਬ ਬੰਦ ਕਰ ਦਿੱਤੀ। ਇਹ ਤੁਹਾਨੂੰ ਮੈਂ ਸ਼ੇਰ ਸੁਣਾ ਕੇ ਤੇ ਆਪਦਾ ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ ਬੰਦ ਕਰਦਾ ਵਾਂ। ਕਿ ਵਾਰਿਸ ਸ਼ਾਹ ਆਖਿਆ ਕਿ ਪਰਖ ਸ਼ੇਰ ਦੀ ਆਪ ਕਰ ਲੈਣਗੇ ਸ਼ਾਇਰ, ਪਰਖ ਸ਼ੇਰ ਦੀ ਆਪ ਕਰ ਲੈਣਗੇ ਸ਼ਾਇਰ, ਗੋੜਾ ਫੇਰਿਆ ਵਿੱਚ ਨਫਾਸ ਦੇ ਮੈਂ, ਹੋਰ ਸ਼ਹਿਰਾਂ ਵੀ ਚੱਕੀਆਂ ਜੋਈਆਂ ਨੇ, ਗੱਲਾਂ ਪੀਸਿਆ ਵਿੱਚ ਖਰਾਸ ਦੇ ਮੈਂ। ਲਓ ਜੀ, ਤੁਹਾਨੂੰ ਮੈਂ ਇੱਕ ਦਫਾ ਫਿਰ ਦੁਬਾਰਾ ਸ਼ੇਰ ਸੁਣਾ ਦੇਵਾਂ ਕਿ ਵਾਰਿਸ ਸ਼ਾਹ ਆਖਿਆ ਕਿ ਪਰਖ ਸ਼ੇਰ ਦੀ ਆਪ ਕਰ ਲੈਣਗੇ ਸ਼ਾਇਰ, ਘੋੜਾ ਫੇਰਿਆ ਵਿੱਚ ਨਫਾਸ ਦੇ ਮੈਂ, ਹੋਰ ਸ਼ਹਿਰਾਂ ਵੀ ਚੱਕੀਆਂ ਜੋਈਆਂ ਨੇ, ਗੱਲਾਂ ਪੀਸਿਆ ਵਿੱਚ ਖਰਾਸ ਦੇ ਮੈਂ। ਵੀ ਜਿੱਦਾਂ ਦਾ ਮੈਂ ਹੀਰ ਕਿਤਾਬ ਦੀ ਕਿਤਾਬ ਲਿਖਣ ਲੱਗਾ, ਲਫਾਜ਼ ਦਾ ਚੁਣਾਵ ਕੀਤਾ ਨਾ, ਹੀਰ ਦੀ ਕਿਤਾਬ ਤਾਂ ਹੋਰ ਵੀ ਬੜੇ ਲੋਕਾਂ ਲਿਖੀ ਆ, ਤੇ 5-7 ਸ਼ਾਇਰ ਜਿਨ੍ਹਾਂ ਨੇ ਹੀਰ ਦੀ ਕਿਤਾਬ ਲਿਖੀ ਆ, ਲੇਕਿਨ ਜਿਹੜੀ ਵਾਰਿਸ ਸ਼ਾਹ ਨੇ ਹੀਰ ਦੀ ਕਿਤਾਬ ਲਿਖੀ ਆ ਨਾ, ਉਹ ਇੱਦਾਂ ਹੀ ਲਿਖੀ ਆ ਜਿਵੇਂ ਹਿਲਦੀ ਮੰਜੀ ਵਿੱਚ ਚੂਲ ਠੋਕ ਦਿੱਤੀ ਜਾਵੇ। ਉਸ ਤੋਂ ਬਾਅਦ ਫਿਰ ਮੰਜੀ ਦੇ ਹਿੱਲਣ ਦੀ ਗੁੰਜਾਇਸ਼ ਬਾਕੀ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਅਗਰ ਜ਼ਿਮੀਂਦਾਰ ਜਿਹੜਾ ਵਾ ਇਹ ਖੁਸ਼ਹਾਲ ਹੋਏਗਾ, ਸਾਡੀ ਮਈਸ਼ਤ ਖੁਸ਼ਹਾਲ, ਉੱਤੇ ਹੁਣ ਹੁਕੂਮਤ ਬੜਾ ਯਾਨੀ ਕਿ ਸ਼ੋਰ ਪਾ ਰਹੀ ਆ, ਔਰ ਉਹਦਾ ਮੁਤਬਾਦਲ ਇੰਤਜ਼ਾਮ ਵੀ ਕਰਦੀ ਪਈ ਆ ਜੀ। ਅਸੀਂ ਜ਼ਿਮੀਂਦਾਰ ਕਿਸਾਨਾਂ ਨੂੰ ਕਿਸਾਨ ਕਾਰਡ ਦਿਆਂਗੇ ਜੀ। ਮੇਰੀ ਇੱਕ ਰਾਏ ਹੈਗੀ ਆ ਕਿ ਅਗਰ ਹੁਕੂਮਤ 2-3 ਪ੍ਰੋਗਰਾਮ ਸੈੱਟ ਕਰ ਲਵੇ ਨਾ, ਐਡੀ ਲੰਮੀ ਚੌੜੀ ਗੱਲ ਹੀ ਕੋਈ ਨਹੀਂ। ਇੱਕ ਤਾਂ ਕਿਸਾਨ ਨੂੰ ਬੀਜ ਜਿਹੜਾ ਆਪਣੀ ਤਹਵੀਲ 'ਚ ਲੈ ਲਵੇ, ਲੈਣ 'ਚ ਨਾ ਲੱਗੇ, ਕੁੱਤੇ ਖਾਣੀ ਨਾ ਹੋਵੇ ਜ਼ਿਮੀਂਦਾਰ ਦੀ। ਇੱਕ ਇਹ ਗੱਲ ਹੈ ਬੀਜ ਆਪਦੀ ਸਟੱਡੀ 'ਚ ਦੇਵੇ। ਦੂਸਰੀ ਗੱਲ ਹੈ ਕਿ ਜ਼ਿਮੀਂਦਾਰ ਨੂੰ ਮੋਟਰਾਂ ਦੇ ਤੇ ਯੂਨਿਟ ਦੀ ਥੋੜ੍ਹੀ ਰਿਆਇਤ ਦੇ ਕੇ ਤੇ ਮੋਟਰਾਂ ਦਾ ਰੇਟ ਫਿਕਸ ਕਰ ਦੇਣ। ਕਿ ਅਗਰ ਐਸੇ ਨਹੀਂ ਕਹਿੰਦੇ ਕਿ ਸਾਨੂੰ ਯੂਨਿਟਾਂ ਦੇ ਹਿਸਾਬ ਨਾਲ, ਕਿਉਂਕਿ ਉਹਨਾਂ ਨੇ ਵੀ ਆਖਰ 10-12 ਲੱਖ 'ਚ ਮੋਟਰ ਲਾਈ ਆ, ਉਹਨਾਂ ਨੇ ਆਪਣੀ ਇਨਕਮ ਦਾ ਜ਼ੀਰਾ ਬਣਾਇਆ, ਲੇਕਿਨ ਮੋਛੇ ਤਾਂ ਨਾ ਪਾਉਣ। ਜਦੋਂ ਮੋਛੇ ਪੈਂਦੇ ਆ ਉਦੋਂ ਕੰਮ ਖਰਾਬ ਹੁੰਦਾ ਵਾ। ਲਓ ਜੀ, ਤੇ ਇਸ ਕਰਕੇ ਉਹਨਾਂ ਨੂੰ ਉਹ ਆਪਣਾ ਬੈਨੀਫਿਟ ਦੇਣ ਕਿ ਰੇਟ ਫਿਕਸ ਕਰ ਦੇਣ ਜੀ। ਅਸੀਂ ਤੁਹਾਨੂੰ ਦਿਆਂਗੇ ਜੀ 20 ਰੁਪਏ ਯੂਨਿਟ, ਤੁਸੀਂ ਜ਼ਿਮੀਂਦਾਰ ਨੂੰ 1200 ਨੂੰ ਘੰਟਾ ਦਿਓ। ਅਸੀਂ ਤੁਹਾਨੂੰ ਦਿਆਂਗੇ ਜੀ 25 ਰੁਪਏ ਯੂਨਿਟ, ਜੀ ਜ਼ਿਮੀਂਦਾਰ ਨੂੰ 1400 ਰੁਪਏ ਘੰਟਾ ਦਿਓ। ਇੱਕ ਰੇਟ ਫਿਕਸ ਕਰ ਦੇਣ। ਤੀਜਾ ਮਰਹਲਾ ਹੈਗਾ ਕਿ ਕਿਸਾਨ ਨੂੰ ਖਾਦ ਲੈਣ 'ਚ ਲੱਗ ਕੇ ਨਾ ਲੱਭਣੀ ਪਵੇ। ਜਦੋਂ ਤੱਕ ਕਿਸਾਨ ਜਾਵੇ ਉਹਨੂੰ ਗੌਰਮੈਂਟ ਦੇ ਸਟਾਲ ਬਣੇ ਹੋਣ, ਕਿਸਾਨ ਨਗਦ ਪੈਸੇ ਦੇਵੇ। ਬਾਕੀ ਗੌਰਮੈਂਟ ਰਿਆਸਤ ਅੱਗੇ ਕੋਈ ਔਖੀ ਨਹੀਂ ਹੁੰਦੀ ਤੇ ਨਾ ਕੋਈ ਰਿਆਸਤ ਨਾਲ ਟਕਰਾ ਹੀ ਸਕਦਾ। ਤੇ ਗੌਰਮੈਂਟ ਨੂੰ ਚਾਹੀਦਾ ਕਿ ਇਹ ਅੱਡਿਆਂ ਦੇ ਉੱਤੇ ਇਹ ਆਪਣਾ ਇੱਕ ਕੈਂਪ ਟਾਈਪ ਇੱਕ ਬਣਾਉਣ, ਦੁਕਾਨ ਬਣਾਉਣ ਜਾਂ ਉੱਤੇ ਕੋਈ ਸਟੋਰ ਬਣਾਉਣ, ਜਿੱਥੇ ਜ਼ਿਮੀਂਦਾਰ ਨੂੰ ਨਾ ਲੈਣਾ 'ਚ ਲੱਗ ਕੇ ਤੇ ਜਿਹੜੀ ਖਾਦ ਮਿਲਦੀ ਆ ਬਲੈਕ ਮਿਲਦੀ 3300, 3400, 3500 ਵਾਲੀ 5000 ਸਾਰੀ 5200 ਨੂੰ ਤਾਂ ਮੈਂ ਲੈ ਕੇ ਯੂਰੀਆ ਪਾਈ, ਜਿਹੜੀ 3300 ਗੌਰਮੈਂਟ ਕਹੀ ਜਾਂਦੀ 3500 ਰੇਟ ਯੂਰੀਆ ਦਾ, 5200 ਨੂੰ ਤਾਂ ਮੈਂ ਲੈ ਕੇ ਪਾਈ ਹੈ। ਮੈਂ ਕਿਸੇ ਦੀ ਗੱਲ ਕੀ ਕਰਾਂ। ਜਦੋਂ ਸਾਨੂੰ ਇੱਦਾਂ ਦੀਆਂ ਮਾਰਾਂ ਪੈਣਗੀਆਂ ਨਾ, ਤੇ ਫਿਰ ਜ਼ਿਮੀਂਦਾਰ ਜਦੋਂ ਤਾਂ ਨਹੀਂ ਉੱਠੇਗਾ ਤੇ ਸਾਡੇ ਮੁਲਕ ਦੀ ਮਈਸ਼ਤ ਤਾਂ ਨਹੀਂ ਉੱਠ ਸਕਦੀ, ਉੱਪਰ ਨਹੀਂ ਜਾ ਸਕਦੀ।
ਗੌਰਮੈਂਟ ਨੂੰ ਚਾਹੀਦਾ ਹੈਗਾ ਕਿ ਜ਼ਿਮੀਂਦਾਰ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹਦਾ ਮੁਤਬਾਦਲ ਇੰਤਜ਼ਾਮ ਕੀਤਾ ਜਾਵੇ। ਇਹਦੇ 'ਤੇ ਇਹਨਾਂ ਨੂੰ ਰਿਆਇਤ ਇਹ ਨਾ ਕੀਤੀ ਜਾਵੇ, ਜਿਹੜੇ ਇਹਦੇ ਅਖਰਾਜਾਤ ਹੁੰਦੇ ਆ ਉਹਨਾਂ 'ਤੇ ਗੌਰ ਕੀਤਾ ਜਾਵੇ। ਸਾਡੀ ਹਕੂਮਤ ਅੱਗੇ ਰਿਕੁਐਸਟ ਆ ਕਿ ਇਹ ਮੇਰੀਆਂ ਜਿਹੜੀਆਂ ਗੱਲਾਂ ਇਹ ਅਗਰ ਕਿ ਅਹਿਬਾਬ ਜਿਹੜੇ ਨੇ, ਅਫਸਰਾਨ ਸਾਹਿਬ ਜਿਹੜੇ ਨੇ ਵੱਡੇ ਨੇ, ਉਹ ਸੁਣਨ ਤੇ ਉਹ ਜ਼ਰੂਰ ਇਸ ਚੀਜ਼ ਦੇ 'ਤੇ ਗੌਰ ਕਰਨ ਕਿ ਜ਼ਿਮੀਂਦਾਰ ਜਿਹੜਾ ਨਾ ਇਹਦਾ ਇੰਨਾ ਮੂੰਹ ਹੀ ਖੁਸ਼ ਆ, ਥੱਲੇ ਵਾਲਾ ਧੜ ਜਿਹੜਾ ਇਹਦਾ ਸਾਰੇ ਪਰੇਸ਼ਾਨ। ਬਸ ਇਹ ਸਾਡੀ ਇੱਕ ਵੀਡੀਓ ਹੈਗੀ, ਤੇ ਹੁਣ ਤੁਸੀਂ ਥੋੜ੍ਹਾ ਬਹੁਤਾ ਕਮੈਂਟਸ ਕਰਨ ਨਾਲ ਕਰ ਲਓ। ਲਓ ਜੀ ਨਾਜ਼ਰੀਨ, ਅਫਜ਼ਲ ਸਾਹਿਬ ਦੀਆਂ ਤੁਸੀਂ ਗੱਲਾਂ ਸੁਣੀਆਂ। ਸ਼ੁਰੂ ਤਾਂ ਅਸੀਂ ਸਰੋਂ ਤੋਂ ਹੋਏ ਸੀ, ਤੇ ਅਕਾਸੀ ਅਸੀਂ ਸਾਰੇ ਮੁਲਕ ਦੀ ਕਰਤੀ ਆ, ਖਾਦ ਦੀ, ਪਾਣੀ ਦੀ, ਬਿਜਲੀ ਦੀ, ਕਣਕ ਦੀ ਵੰਡ ਵੀ ਅਸੀਂ ਕਰ ਦਿੱਤੀ ਹੈ। ਤੇ ਨੈਕਸਟ ਵੀਡੀਓ ਤੱਕ ਅਸੀਂ ਇਜਾਜ਼ਤ ਚਾਹੁੰਦੇ ਹਾਂ ਜੀ। ਅੱਲਾ ਹਾਫਿਜ਼।